ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਹਰ ਰੋਜ਼ ਦੀ ਤਰ੍ਹਾਂ ਹਰਜੀਤ ਗਿੱਲ ਸਟੂਡੀਓ 'ਚ ਹਾਜ਼ਰ ਹਾਂ ਤੇ ਮੇਰੇ ਨਾਲ ਅੱਜ ਦੋ ਵਿਸ਼ੇਸ਼ ਮਹਿਮਾਨ ਨੇ ਜੀ ਸਟੂਡੀਓ ਦੇ ਵਿੱਚ। ਪ੍ਰੇਮ ਗਿੱਲ ਹੀਰੀ ਜਿਹੜੇ ਕਿ ਪ੍ਰੋਫੈਸ਼ਨ ਵਜੋਂ ਐਡਵੋਕੇਟ ਨੇ, ਭਾਰਤ ਵਿੱਚ ਵੀ ਬਾਰ ਕੌਂਸਲ ਦੇ ਇਹ ਮੈਂਬਰ ਰਹੇ ਨੇ ਔਰ ਜਲੰਧਰ ਤੋਂ ਇਹਨਾਂ ਦਾ ਪਿਛੋਕੜ ਹੈ। ਕੈਨੇਡਾ ਵਿੱਚ ਆ ਕੇ ਕਾਫੀ ਜ਼ਿਆਦਾ ਇਹ ਸਰਗਰਮ ਨੇ ਜਿਹੜੇ ਕਮਿਊਨਿਟੀ ਸਰਵਿਸ ਦੇ ਵਿੱਚ। ਤੇ ਪ੍ਰੇਮ ਗਿੱਲ ਹੀਰਾ ਨਾਲ ਆਪਾਂ ਨੇ ਗੱਲ ਕਰਨੀ ਆ ਜਿਹੜਾ ਮੌਜੂਦਾ ਦੌਰ 'ਚੋਂ ਆਪਾਂ ਗੁਜ਼ਰ ਰਹੇ ਹਾਂ, ਇੱਕ ਮਹਾਮਾਰੀ ਦਾ ਦੌਰ ਇਹਨੂੰ ਕਿਹਾ ਜਾ ਰਿਹਾ। ਇਹਦੇ ਪਿੱਛੇ ਇਹਨਾਂ ਦੀ ਥੋੜ੍ਹੀ ਜਿਹੀ ਡਿਫਰੈਂਟ ਰਾਏ ਆ, ਆਪਾਂ ਉਹਦੇ ਉੱਤੇ ਇਹਨਾਂ ਨਾਲ ਗੱਲਬਾਤ ਕਰਨੀ ਆ। ਨਾਲ ਸਾਡੇ ਦੂਜੇ ਪਾਸੇ ਸਾਡੇ ਵੀਰ ਜੀ ਨੇ, ਉਹ ਡਾਕਟਰ ਨੇ ਪ੍ਰੋਫੈਸ਼ਨਲ ਵਜੋਂ, ਹੋਮਿਓਪੈਥ ਨੇ, ਡਾਕਟਰ ਹਰਪ੍ਰੀਤ ਸਿੰਘ। ਸੋ ਅਸੀਂ ਮਿਲ ਕੇ ਤੇ ਜੋ ਮਾਹੌਲ ਚੱਲ ਰਿਹਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਇਹਨਾਂ ਕੋਲ ਜਿਹੜੀ ਆ ਉਹ ਲੈਣੀ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਦੋਵਾਂ ਵੀਰਾਂ ਦਾ ਕਰਦਾ ਜੀ ਸਵਾਗਤ ਜੀ ਆਇਆਂ ਨੂੰ ਸਟੂਡੀਓ 'ਚ, ਤੁਸੀਂ ਆਏ, ਸਮਾਂ ਕੱਢਿਆ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇਹ ਦੱਸੋ ਕਿ ਇਹ ਜਿਹੜੀ ਇਸ ਵੇਲੇ ਆਪਾਂ ਵਾਤਾਵਰਨ 'ਚੋਂ ਨਿਕਲ ਰਹੇ ਹਾਂ ਜੀ, ਇਹ ਬਹੁਤ ਵੱਡੀ ਮਹਾਮਾਰੀ ਇਹਨੂੰ ਦੱਸਿਆ ਜਾ ਰਿਹਾ ਹੈ ਜੀ, ਇਹ ਵਾਕਿਆ ਹੀ ਇਹ ਮਹਾਮਾਰੀ ਹੈ ਤੇ ਕਿਵੇਂ? ਗਿੱਲ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਤੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਜੀ। ਤੇ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਕਹਿਣ ਦਾ। ਬਹੁਤ ਘੱਟ ਇੱਥੇ ਜਿਹੜੇ ਆਪਣੇ ਮੀਡੀਆਕਾਰ ਹੈਗੇ ਜਿਹੜੇ ਕਿ ਦੱਸਣਾ ਚਾਹੁੰਦੇ ਆ ਰਿਐਲਿਟੀ ਦੇ ਵਿੱਚ, ਔਰ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਆਉਣ ਹੀ ਨਹੀਂ ਦੇ ਰਹੇ ਰਿਐਲਿਟੀ ਨੂੰ। ਪਹਿਲਾਂ ਤਾਂ ਮੈਂ ਸੱਚੀ ਹੱਥ ਜੋੜ ਕੇ ਤੁਹਾਡਾ ਤਹਿ ਦਿਲੋਂ ਸਵਾਗਤ ਕਰਦਾ ਜੀ। ਤੇ ਦੇਖੋ, ਜਿਹੜੀ ਇਹ ਮਹਾਮਾਰੀ ਹੈ ਨਾ, ਇਹਨੂੰ ਮਹਾਮਾਰੀ ਅਸੀਂ ਨਹੀਂ ਕਿਹਾ, ਲੋਕਾਂ ਨੇ ਨਹੀਂ ਕਿਹਾ, ਇਹ ਜਿਹੜੀਆਂ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਆ ਨਾ, ਉਹਨਾਂ ਨੇ ਇਹਨੂੰ ਮਹਾਮਾਰੀ ਕਰਾਰ ਦਿੱਤਾ। ਤੇ ਜਿਹੜੀ ਅਸਲ ਦੇ ਵਿੱਚ ਜਿਹੜੀ ਰਿਐਲਿਟੀ ਦੇ ਵਿੱਚ ਇਹ ਪਲੈਂਡੈਮਿਕ, ਹਾਂਜੀ ਪਲੈਂਡੈਮਿਕ ਹੈ, ਪਲੈਨਡ ਆ, ਇਹ ਸਾਰਾ ਕੁਝ ਇਹ ਪਲੈਨਡ ਹੈ। ਅੱਛਾ, ਇਹਨੂੰ ਅਸੀਂ ਮਹਾਮਾਰੀ ਦਾ ਨਾਂ ਅਸੀਂ ਨਹੀਂ ਦਿੱਤਾ, ਲੋਕਾਂ ਨੇ ਨਹੀਂ ਦਿੱਤਾ। ਈਵਨ ਜਿਹੜਾ ਵਾਇਰਸ ਆ ਉਹ ਵੀ ਆਈਸੋਲੇਟ ਹੀ ਨਹੀਂ ਹੋਇਆ। ਜੇ ਆਈਸੋਲੇਟ ਹੀ ਨਹੀਂ ਹੋਇਆ ਤਾਂ ਫਿਰ ਉਹਨੂੰ ਮਹਾਮਾਰੀ ਕਿੱਦਾਂ ਕਹਿ ਸਕਦੇ ਹਾਂ? ਹਾਂਜੀ। ਅੱਛਾ, ਦਰਅਸਲ ਇਹਦੀ ਸ਼ੁਰੂਆਤ ਕਿੱਦਾਂ ਹੋਈ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਕਿਸ ਤਰ੍ਹਾਂ ਦੇ ਕਾਰਨ ਆ ਕਿ ਕਿਉਂ ਇਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਇੱਕ ਟੈਰਰ ਦੀ ਤਰ੍ਹਾਂ, ਦਹਿਸ਼ਤ ਦੀ ਤਰ੍ਹਾਂ ਗੱਲ ਜਿਹੜੀ ਆ ਉਹ ਲਿਆਂਦੀ ਗਈ ਕਿ ਭਾਈ ਬਚ ਲਓ ਜੇ ਬਚਿਆ ਜਾਂਦਾ ਤਾਂ। ਔਰ ਕਈ ਜਿਹੜੇ ਕੰਟਰੀਜ਼ ਨੇ, ਇਹਨਾਂ ਮੁਲਕਾਂ ਦੀ ਮੈਂ ਗੱਲ ਨਹੀਂ ਕਰਦਾ, ਚਲੋ ਹਾਲਾਤ ਤੇ ਸਾਰੇ ਥਾਂ ਇੱਕੋ ਜਿਹੇ ਹੋ ਗਏ ਸੀ, ਖਰਾਬ ਹੋ ਗਏ। ਅਮਰੀਕਾ 'ਚ ਬਹੁਤ ਨੰਬਰ 1 ਹੈ ਅਮਰੀਕਾ ਡੈਥ ਟੋਲ ਦੇ ਵਿੱਚ। ਪਰ ਜਿੱਦਾਂ ਭਾਰਤ ਵਰਗੇ ਮੁਲਕ ਨੇ ਜਿੱਥੇ ਅਜੇ ਸਿਹਤ ਸਹੂਲਤਾਂ ਉੱਦਾਂ ਦੀਆਂ ਨਹੀਂ, ਜਿਹੜੇ ਲੋਕ ਤੇ ਘਰਾਂ 'ਚ ਬੈਠੇ ਰਹੇ ਉਹ ਬਚ ਗਏ, ਜਿਹੜੇ ਹਸਪੀਟਲਾਂ 'ਚ ਗਏ ਹੁਣ ਉਹ ਬਹੁਤ ਸਾਰੇ ਲੋਕ ਵਾਪਸ ਨਹੀਂ ਆ ਸਕੇ। ਸੋ ਜਿਹੜਾ ਇਹ ਮਾਹੌਲ ਸਿਰਜਿਆ ਗਿਆ, ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਜਿਹੜੇ ਆ ਉਹ ਲੱਗਦੇ? ਤੁਸੀਂ ਖੁੱਲ੍ਹ ਕੇ ਆਪਣੀ ਗੱਲ ਡਿਟੇਲ 'ਚ ਦੱਸ ਸਕਦੇ ਹੋ। ਦੇਖੋ, ਇਹ ਸ਼ੁਰੂਆਤ ਹੋਈ ਆ ਚਾਈਨਾ ਤੋਂ। ਜਦੋਂ ਚਾਈਨਾ ਵਿੱਚ ਇਹ ਮਹਾਮਾਰੀ ਆਈ ਹੈ ਨਾ, ਤੇ ਅਮਰੀਕਾ ਕਹਿ ਰਿਹਾ ਸੀਗਾ ਕਿ ਦੇਖੋ ਇਹ ਜਿਹੜੀ ਮਹਾਮਾਰੀ ਆ ਇਹ ਚਾਈਨਾ ਨੇ, ਪਹਿਲਾਂ ਤਾਂ ਉਹ ਕਹਿੰਦੇ ਚਮਗਾਦੜ, ਜਿਹਨੂੰ ਬੈਟਸ ਕਹਿੰਦੇ ਆ ਇੰਗਲਿਸ਼ ਵਿੱਚ, ਉਹਨਾਂ ਤੋਂ ਇਹ ਸ਼ੁਰੂਆਤ ਹੋਈ ਆ। ਅਮਰੀਕਾ ਦੇ ਚੈਨਲਾਂ ਨੇ ਸਾਰੀ ਦੁਨੀਆ ਵਿੱਚ ਰੌਲਾ ਪਾ ਦਿੱਤਾ ਕਿ ਚਾਈਨਾ ਤੋਂ ਆ ਗਈ ਜੀ ਮਹਾਮਾਰੀ, ਉੱਥੇ ਉਹ ਚਮਗਾਦੜ ਖਾਂਦੇ ਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਸਟੇਟਮੈਂਟ ਆਪੇ ਚੇਂਜ ਕਰ ਲਈ ਅਮਰੀਕਾ ਨੇ ਕਿ ਨਹੀਂ ਜੀ, ਆਈ ਚਾਈਨਾ ਤੋਂ ਹੀ ਆ, ਇਹਨਾਂ ਦੀ ਲੈਬ 'ਚ ਬਣਿਆ ਇਹ ਵਾਇਰਸ ਔਰ ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਫੈਲਾਇਆ। ਓਕੇ, ਹੁਣ ਮੇਰਾ ਇਹ ਸਵਾਲ ਪੈਦਾ ਹੁੰਦਾ ਕਿ ਜੇ ਸੱਚੀ ਮੁੱਚੀ ਚਾਈਨਾ ਨੇ ਅਮਰੀਕਾ ਦੇ ਅਕੋਰਡਿੰਗਲੀ ਕਿ ਉਹਨੂੰ ਫੈਲਾਇਆ, ਤੇ ਫਿਰ ਅਮਰੀਕਾ ਦੇ ਜਿੰਨੀਆਂ ਵੀ ਕੰਪਨੀਆਂ ਉਹ ਕਿੱਦਾਂ ਅਮੀਰ ਹੋ ਗਈਆਂ ਕੋਵਿਡ-19 ਦੇ ਵਿੱਚ? ਸਾਰਾ ਚਾਈਨੀਜ਼ ਪ੍ਰੋਡਕਟ ਇਹਨਾਂ ਨੇ, ਅਮਰੀਕਾ ਨੇ ਵੇਚਿਆ ਸਾਰੀ ਦੁਨੀਆ 'ਚ। ਐਮਾਜ਼ੋਨ, ਟੈਸਲਾ ਕੰਪਨੀ, ਹੋਰ ਜਿੰਨੀਆਂ ਕੰਪਨੀਜ਼ ਹੈਗੀਆਂ ਆ ਅਮਰੀਕਾ ਦੀਆਂ, ਉਹ ਕਿੱਦਾਂ ਅਮੀਰ ਹੋ ਗਈਆਂ? ਚਾਈਨੀਜ਼ ਪ੍ਰੋਡਕਟ ਵੇਚ ਕੇ। ਸਾਰੀ ਦੁਨੀਆ ਵਿੱਚ ਇਹਨਾਂ ਨੇ ਚਾਈਨੀਜ਼ ਪ੍ਰੋਡਕਟ ਵੇਚੇ ਔਰ ਚਾਈਨਾ ਨੂੰ ਹੀ ਬਦਨਾਮ ਕੀਤਾ ਕਿ ਇਹ ਮਹਾਮਾਰੀ ਜਿਹੜੀ ਚਾਈਨਾ ਤੋਂ ਆਈ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸਲ ਦੇ ਵਿੱਚ ਜਿਹੜੀ ਅਸਲੀ ਗੱਲ ਆ ਉਹ ਇਹਨਾਂ ਨੇ ਲੁਕੋਈ। ਚਾਈਨਾ ਨੇ ਵੀ ਲੁਕੋਈ, ਅਮਰੀਕਾ ਨੇ ਵੀ ਲੁਕੋਈ, ਔਰ ਇਹਦੇ ਵਿੱਚ G20 ਜਿਹੜੇ ਕੰਟਰੀਜ਼ ਆ ਨਾ, ਉਹ ਇਹਦੇ ਵਿੱਚ ਸ਼ਾਮਿਲ ਆ ਜੀ। ਜਿਹੜੇ ਇਹਨਾਂ ਨੇ ਆਪਸ ਵਿੱਚ ਹੀ ਸਾਰਾ ਕੁਝ ਲੁਕੋਇਆ ਔਰ ਉਹਨਾਂ ਕੰਟਰੀਜ਼ ਵਿੱਚ ਹੀ ਇਹ ਜਿਹੜਾ ਕਰੋਨਾ ਵਾਇਰਸ ਦੌੜਾ ਫਿਰਿਆ। ਹੁਣ ਸਵਾਲ ਪੈਦਾ ਹੋਇਆ ਕਿ ਇਹ ਜਿਹੜਾ ਵਾਇਰਸ ਆ ਉਹ ਜਗ੍ਹਾ ਤੇ ਟਾਈਮ ਦੇਖਦਾ ਆ ਕਿ ਨਹੀਂ? ਇੱਕ ਬੜਾ ਵੱਡਾ ਸਵਾਲ ਹੈ ਕਿ ਜੇ ਚਾਈਨਾ ਵਿੱਚ ਉਦੋਂ 2020 ਦੇ ਵਿੱਚ
ਜਨਵਰੀ ਦੇ ਵਿੱਚ ਇੰਨੇ ਜ਼ਿਆਦਾ ਲੋਕ ਉੱਥੇ ਮਰ ਰਹੇ ਸੀ, ਤਾਂ ਫਿਰ ਉਹ ਵਾਇਰਸ ਜਿਹੜਾ ਆ ਹੋਰ ਦੂਸਰੇ ਕੰਟਰੀਜ਼ ਵਿੱਚ ਕਿਉਂ ਨਹੀਂ ਗਿਆ? ਜਿੱਦਾਂ ਇੰਡੀਆ ਦੇ ਵਿੱਚ ਉਹਨੂੰ ਵੀਜ਼ਾ ਲੱਗਦਾ ਸੀ, ਉਹ ਵੀ ਛੱਡੋ। ਚਾਈਨਾ ਦੇ ਵੁਹਾਨ ਸਿਟੀ ਤੋਂ ਇਲਾਵਾ ਹੋਰ ਦੱਸੋ ਮੈਨੂੰ ਕਿ ਚਾਈਨਾ ਦੇ ਵਿੱਚ ਕਿੱਥੋਂ ਖਬਰਾਂ ਆ ਰਹੀਆਂ ਸੀ ਕਿ ਲੋਕੀ ਉੱਥੇ ਮਰ ਰਹੇ ਆ? ਸਿਰਫ ਇਹੀ ਦੱਸੀ ਜਾਂਦੇ ਵੁਹਾਨ 'ਚ ਮਰੀ ਜਾਂਦੇ ਇੰਨੇ ਲੋਕ, ਇੰਨੇ ਮਰ ਗਏ, ਅੱਜ ਇੰਨੇ ਮਰ ਗਏ, ਲਾਈਕ ਰੋਜ਼ ਦੀਆਂ ਉੱਥੇ ਦੀਆਂ ਖਬਰਾਂ ਸੀਗੀਆਂ। ਉਸ ਤੋਂ ਬਾਅਦ ਜਿਹੜਾ ਵਾਇਰਸ ਹੈ ਉਹ ਯੂਰਪ ਵਿੱਚ ਚਲਾ ਗਿਆ। ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਉਹਨੇ ਚੰਗਾ ਤੜਮਸ ਪਾਇਆ ਜੀ, ਪੰਜਾਬੀ ਦੇ ਕਹਿਣ ਵਾਂਗੂ, ਵੀ ਚੰਗਾ ਖਲਾਰਾ ਪਾਇਆ, ਔਰ ਕਿੰਨੇ ਲੋਕਾਂ ਦੀ ਡੈਥ ਹੋਈ। ਇਟਲੀ, ਈਰਾਨ, ਉਸ ਤੋਂ ਬਾਅਦ ਇੰਗਲੈਂਡ, ਫਿਰ ਉਸ ਤੋਂ ਬਾਅਦ ਜਿਹੜਾ ਵਾਇਰਸ ਆ ਉਹ US ਵਿੱਚ ਚਲਾ ਗਿਆ, ਕੈਨੇਡਾ ਵਿੱਚ ਆ ਗਿਆ। 1.5 ਸਾਲ ਬਾਅਦ ਵਾਇਰਸ ਨੇ ਦਸਤਕ ਦਿੱਤੀ ਇੰਡੀਆ ਦੇ ਵਿੱਚ। 2021 ਦੇ ਵਿੱਚ ਮਈ 'ਚ ਕਿੰਨੇ ਲੋਕਾਂ ਦੀ ਡੈਥ ਹੋਈ। ਕੀ ਵਾਇਰਸ ਟਾਈਮ ਤੇ ਜਗ੍ਹਾ ਦੇਖਦਾ ਆ? ਪਹਿਲਾ ਸਵਾਲ। ਅਸਲ 'ਚ ਹੋਇਆ ਕੀ ਗਿੱਲ ਸਾਹਿਬ? ਤੁਸੀਂ ਕਹਿਣਾ ਇਹ ਚਾਹੁੰਦੇ ਹੋ ਕਿ ਪਰਟੀਕੂਲਰ ਪੌਕਟ ਦੇ ਵਿੱਚ ਇਹ ਇੱਕਦਮ ਜਿਹੜਾ ਵਾਇਰਸ ਆ ਇਹਦਾ ਮਤਲਬ ਆਪਾਂ ਨੂੰ ਪ੍ਰਭਾਵ ਦਿਖਿਆ? ਜੀ ਜੀ ਜੀ, ਟਾਈਮਿੰਗ, ਮੇਨ ਟਾਈਮਿੰਗ, ਕਿ ਉਹਨੇ ਟਾਈਮ ਦੇ ਵਿੱਚ ਲੋਕਾਂ ਦੀ ਡੈਥ ਹੋਈ। ਫਿਰ ਵਾਇਰਸ ਨੂੰ ਡੰਡੇ ਮਾਰ ਕੇ ਦੜਾ ਦਿੱਤਾ। ਇੱਕ ਸਵਾਲ ਪੈਦਾ ਹੁੰਦਾ ਕਿ ਇੰਡੀਆ ਦੇ ਵਿੱਚ ਵੀ ਡੈਥ ਉੱਦਾਂ ਹੀ ਹੋਈਆਂ, ਚਾਈਨਾ 'ਚ ਵੀ ਉੱਦਾਂ ਹੀ ਹੋਈਆਂ, ਸਾਰੇ ਕੰਟਰੀਜ਼ ਵਿੱਚ, ਪਰ ਡਿਫਰੈਂਟ ਟਾਈਮਿੰਗ, ਡਿਫਰੈਂਟ ਟਾਈਮਿੰਗ ਦੇ ਵਿੱਚ ਹੋਈਆਂ। ਹੁਣ ਅਸਲ ਦੇ ਵਿੱਚ ਇਹਨਾਂ ਨੇ 5G ਨੂੰ ਕਿਉਂ ਹਾਈਡ ਕੀਤਾ ਗਿਆ? ਈਵਨ ਮੈਂ ਕੈਨੇਡਾ ਦੀ ਗੱਲ ਕਰਾਂ, ਕੈਨੇਡਾ ਦੇ 4 ਆਪਾਂ ਸ਼ੁਰੂਆਤ ਗੱਲ ਨਹੀਂ ਕੀਤੀ, ਥੋੜਾ ਜਿਹਾ ਤੁਸੀਂ ਇਹ ਦੱਸਿਓ ਕਿ 5G ਕੀ ਹੈ ਤੇ ਉਹਦੇ ਨਾਲ ਇਹਦਾ ਕੀ ਸੰਬੰਧ ਹੈ। ਪਹਿਲਾਂ ਇਹ ਥੋੜਾ ਬਰੀਫ ਆਪਾਂ ਦਰਸ਼ਕਾਂ ਤੱਕ ਪਹੁੰਚਾ ਦਈਏ, ਫਿਰ ਆਪਾਂ ਅੱਗੇ ਗੱਲ ਕਰਾਂਗੇ 5G ਬਾਰੇ। ਜੀ ਬਿਲਕੁਲ। ਅਸਲ 'ਚ ਗਿੱਲ ਸਾਹਿਬ, ਇਹਨਾਂ ਨੇ ਜਿੰਨੀ ਵਾਰੀ ਵੀ ਕਾਰਪੋਰੇਟ ਘਰਾਣਿਆਂ ਨੇ ਟੈਕਨੋਲੋਜੀ ਦਾ ਯੂਜ਼ ਕੀਤਾ ਨਾ, ਜਿੰਨੀ ਵਾਰੀ ਵੀ ਇੰਟਰਨੈਟ ਆਏ ਹੈਗੇ ਆ, ਉਨੀ ਵਾਰੀ ਹੀ ਇਹ ਕੋਈ ਨਾ ਕੋਈ ਇਹ ਨਾਲ ਬਿਮਾਰੀ ਲੈ ਕੇ ਆਏ ਆ, ਜਿੰਨੀ ਵਾਰੀ ਵੀ। ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਡਿਟੇਲ ਦਊਂਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ ਜਿਹੜੀ 5G ਦੀ ਫ੍ਰੀਕੁਐਂਸੀ ਆ, ਉਹ 60 ਗੀਗਾਹਰਟਜ਼ ਦੇ ਉੱਤੇ ਇਹ ਟੈਸਟਿੰਗ ਕਰਦੇ ਆ। ਇਹ 3 to 300 ਗੀਗਾਹਰਟਜ਼ ਤੱਕ ਇਹਦੀ ਟੈਸਟਿੰਗ ਜਾਂਦੀ ਆ। ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ 60 ਗੀਗਾਹਰਟਜ਼ ਤੱਕ ਆਉਂਦੀ ਹੈ, ਤੇ ਉਹ ਜਿਹੜੀ ਆਕਸੀਜਨ ਹੈ ਨਾ, ਉਹਦੇ ਨਾਲ ਕਲੈਸ਼ ਕਰਦੀ ਉਹ ਚੀਜ਼, ਫ੍ਰੀਕੁਐਂਸੀ ਜਿਹੜੀ ਆ, ਉਹਦੇ ਨਾਲ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਆ। ਉਹਦੇ ਨਾਲ ਹੀ ਲੋਕਾਂ ਦੇ ਅੰਦਰ ਬਾਡੀ ਦੇ ਵਿੱਚ ਜੈਲ ਬਣਦੀ ਆ। ਇਹ ਐਕਚੁਅਲੀ ਇਹ ਚੀਜ਼ਾਂ ਜਿਹੜੀਆਂ ਆ, ਇਹ ਸਿਟੀ ਜਿਹੜੀ ਜਿੰਨੀਆਂ ਵੀ ਆਪਣੀ ਗਵਰਨਮੈਂਟਸ ਹੈਗੀਆਂ ਆ, ਉਹ ਕੰਟੈਕਟ ਕਰਦੀਆਂ ਇਹਨਾਂ ਕੰਪਨੀਆਂ ਦੇ ਨਾਲ। ਫਿਰ ਉਹ ਲੋਕਾਂ ਤੋਂ ਹਾਈਡ ਕਿਉਂ ਕਰਦੇ ਆ? ਕਿ ਜੇ ਉਹਨਾਂ ਨੂੰ ਪਤਾ ਆ ਕਿ ਇੰਨਾ ਹਾਰਮਫੁਲ ਆ। ਔਰ 5G ਦੀ ਹੋਰ ਮੈਂ ਤੁਹਾਨੂੰ ਦੱਸਾਂ ਕਿ ਇਹ ਅਮਰੀਕਾ ਔਰ ਚਾਈਨਾ ਦੀ ਜਿਹੜੀ ਮਿਲਟਰੀ ਆ, ਉਹਦੇ ਵਿੱਚ ਐਜ਼ ਏ ਵੈਪਨ ਯੂਜ਼ ਹੁੰਦਾ 5G। ਉਹ ਵੀ ਕਿਉਂ ਹਾਈਡ ਕੀਤਾ? ਰੇਡੀਏਸ਼ਨ ਛੱਡਣ ਵਾਸਤੇ। ਜੀ ਅੱਛਾ ਜੀ। ਜੀ, ਰੇਡੀਏਸ਼ਨ ਜਿਹੜੀ ਫ੍ਰੀਕੁਐਂਸੀ ਹੈ ਨਾ, 60 ਗੀਗਾਹਰਟਜ਼ ਦੇ ਉੱਤੇ ਇਹਦੀ ਫ੍ਰੀਕੁਐਂਸੀ ਟੈਸਟ ਹੁੰਦੀ ਹੈ। ਫਿਰ ਉਹਦੇ ਨਾਲ ਤਾਂ ਆਫ ਕੋਰਸ ਜਦੋਂ ਲੋਕਾਂ ਦੇ ਡੈਫੀਸ਼ੀਐਂਸੀ ਆਉਣੀ ਆ ਆਕਸੀਜਨ ਦੇ ਵਿੱਚ ਵੀ, ਬਾਡੀ 'ਚ ਜੈਲ ਵੀ ਬਣਨੀ ਆ, ਔਰ ਡੈਥ ਵੀ ਹੋਣੀ ਆ। ਅੱਛਾ, ਮੈਨੂੰ ਇੱਕ ਤੁਸੀਂ ਪ੍ਰੇਮ ਜੀ ਇਹ ਦੱਸੋ, ਮੈਨੂੰ ਤੁਸੀਂ ਆਫ ਦਾ 에ਅਰ ਇੱਕ ਗੱਲ ਦੱਸ ਰਹੇ ਸੀ ਕਿ ਜਿਹੜੇ ਨਾਰਮਲ ਟਾਵਰ ਹੁੰਦੇ ਸੀ ਸਾਡੇ ਇੰਟਰਨੈਟ ਦੇ, ਉਹ ਕਾਫੀ ਡਿਸਟੈਂਸ ਤੇ ਹੁੰਦੇ ਸੀ ਤੇ ਕਾਫੀ ਹਾਈਟ ਤੇ ਹੁੰਦੇ ਸੀ। ਹੁਣ ਜਿਹੜੇ ਟਾਵਰ ਲੱਗੇ ਆ ਬਹੁਤ ਨਜ਼ਦੀਕ ਲੱਗੇ ਆ, ਤੇ ਬਹੁਤ ਸਾਰੀਆਂ ਐਸੀਆਂ ਜਗ੍ਹਾ ਤੇ ਲੱਗੇ ਆ ਜਿੱਥੇ ਉੱਥੇ ਜ਼ਿਆਦਾ ਅਸਰ ਹੋਇਆ, ਜਿੱਥੇ ਟਾਵਰ ਲੱਗਿਆ। ਇਹਦੇ ਬਾਰੇ ਕੁਝ ਜਾਣਕਾਰੀ ਦਿਓਗੇ ਵੀ ਇਹ ਕਿਸ ਤਰ੍ਹਾਂ ਹੋਇਆ? ਬਿਲਕੁਲ ਜੀ, ਬਿਲਕੁਲ। ਅਸਲ 'ਚ ਗਿੱਲ ਸਾਹਿਬ, ਜਿਹੜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਨਾ, ਹਾਂਜੀ, ਅਸੀਂ ਸਿਰਫ ਇਹੀ ਸੋਚਦੇ ਕਿ ਅਸੀਂ ਬੜੇ ਵਧੀਆ ਭਵਿੱਖ ਵਾਸਤੇ ਆਏ ਆ, ਕਿ ਆਪਣਾ ਔਰ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਦਸਤਕ ਦਿੱਤੀ। ਬਟ ਜਿਹੜੇ ਇਹ ਮੁਲਕ ਆ, ਇਹ ਸਾਡੇ ਤੋਂ ਕੀ ਛੁਪਾਉਂਦੇ ਆ, ਕੀ ਕਰਦੇ ਆ, ਕੀ ਕਰੀ ਜਾਂਦੇ ਸਾਡੀਆਂ ਅੱਖਾਂ ਦੇ ਪਿੱਛੇ, ਜਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਸਾਡੇ ਸਾਹਮਣੇ। ਜੋ ਇਹ ਦਿਖਾਵਾ ਕੁਝ ਹੋ ਰਿਹਾ, ਕਰਦੇ ਕੁਝ ਹੋ ਰਿਹਾ। ਹੁਣ 5G ਦੇ ਟਾਵਰ ਮੈਂ ਤੁਹਾਨੂੰ ਉਦੋਂ ਵੀ ਤੁਹਾਨੂੰ ਦਿਖਾ ਰਿਹਾ ਸੀਗਾ, ਤੁਸੀਂ ਵੀ ਬੜੇ ਹੈਰਾਨ ਹੋਏਗੇ, ਇਹ 5G ਦੇ ਟਾਵਰ ਆ। ਦੇਖੋ, ਤੁਸੀਂ ਇੰਨਾ, ਹਾਲਾਂਕਿ ਕਿੰਨੇ ਲੋਕਾਂ ਦੇ ਵਿੱਚ ਵਿਚਰਦੇ ਆ, ਤੁਹਾਨੂੰ ਨਹੀਂ ਪਤਾ, ਤੇ ਆਮ ਬੰਦੇ ਨੂੰ ਕੀ ਪਤਾ ਲੱਗਣਾ ਕਿ 5G ਦਾ ਟਾਵਰ ਹੈ, ਕਾਹਦਾ ਟਾਵਰ ਹੈ। ਦੂਸਰੀ ਗੱਲ, ਹੁਣ ਜਦੋਂ ਅਸੀਂ ਵਿਚਰਦੇ ਆ ਦੁਨੀਆ ਦੇ ਵਿੱਚ, ਕਿੰਨੇ GTA ਸਾਰਾ ਭਰ ਦਿੱਤਾ 5G ਦੇ ਟਾਵਰ ਨਾਲ। ਔਰ
ਤੁਸੀਂ ਕੋਈ ਬੰਦਾ ਦਿਨੇ ਕਦੀ ਦੇਖਿਆ ਕਦੀ ਉਹ ਟਾਵਰ ਦੇ ਉੱਤੇ ਆਪਣੇ ਚੜਿਆ ਜਾਂ ਕਿਸੇ ਬਿਲਡਿੰਗ ਦੇ ਉੱਤੇ ਚੜਿਆ ਉਹਨੂੰ ਟਾਵਰ ਨੂੰ ਲਗਾ ਰਿਹਾ? ਕਿਉਂ ਨਹੀਂ ਲਗਾ ਰਹੇ? ਅਸਲ 'ਚ ਇਹ ਵੀ ਇੱਕ ਵੱਡਾ ਸਵਾਲ ਹੈ। ਉਹ ਇਸ ਕਰਕੇ ਨਹੀਂ ਲਗਾ ਰਹੇ ਕਿ ਕਿਉਂਕਿ ਉਹਨੂੰ ਟੈਸਟਿੰਗ ਕਰਨ ਵਾਸਤੇ ਉਹਨਾਂ ਨੂੰ ਸਾਇੰਟਿਸਟਾਂ ਵਾਲੇ ਕੱਪੜੇ ਪਾਉਣੇ ਪੈਂਦੇ ਆ। ਹੁਣ ਦਿਨੇ ਉਹ ਕੰਮ ਉਹ ਕਰੂਗੇ ਤੇ ਲੋਕਾਂ ਨੇ ਕਹਿਣਾ ਯਾਰ ਇਹ ਕਿੱਥੋਂ ਆਇਆ ਕਦੇ। ਯਾਨੀ ਕਿ ਜਿੱਦਾਂ ਆਪਾਂ ਐਕਸ-ਰੇ ਦੀਆਂ ਰੇਜ਼ ਤੋਂ ਬਚਣ ਲਈ ਇੱਕ ਸਪੈਸ਼ਲ ਚੈਸਟ ਵਗੈਰਾ ਪਹਿਨਦੇ ਆ, ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੇ ਵਿਅਕਤੀ ਉਹਨੂੰ ਇੰਸਟਾਲ ਵੀ ਕਰ ਰਹੇ ਹੋਣਗੇ ਉਹ ਆਪਣੇ ਆਪ ਨੂੰ ਰੇਡੀਏਸ਼ਨ ਤੋਂ ਬਚਾਉਣ ਲਈ ਉਹਦਾ ਪ੍ਰੋਟੈਕਸ਼ਨ ਵਾਸਤੇ ਕੋਈ ਮੇਜਰ ਅਡਾਪਟ ਕਰਦੇ ਆ ਤੇ ਉਹ ਖਾਸ ਤਰ੍ਹਾਂ ਦੀ ਯੂਨੀਫਾਰਮ ਹੁੰਦੀ ਆ, ਉਹਨੂੰ ਪਾ ਕੇ ਅਗਰ ਕੋਈ ਕੰਮ ਕਰੇਗਾ ਤੇ ਆਮ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਵੱਖਰੀ ਤਰ੍ਹਾਂ ਦਾ ਕੀ ਹੋ ਰਿਹਾ। ਜੀ ਯਾਨੀ ਕਿ ਇਹ ਵੀ ਹਾਈਡ ਕੀਤਾ ਗਿਆ ਤਾਂ ਜਾਂ ਬਿਲਕੁਲ ਬਿਲਕੁਲ ਲੋਕੀ ਕਹਿਣਗੇ ਕਿ ਇਹ ਚੰਦ ਤੋਂ ਆਇਆ ਬੰਦਾ ਹੈ ਕਿ ਇਹਨੇ ਉਦਾਂ ਦੇ ਕੱਪੜੇ ਪਾਏ ਜਿੱਦਾਂ ਕਿ ਸਾਇੰਟਿਸਟਾਂ ਨੇ ਉੱਥੇ ਪਾਏ ਹੁੰਦੇ ਆ ਕਿ ਚੰਦ ਦੇ ਜਾਂਦੇ ਜਦੋਂ, ਤੇ ਉਦਾਂ ਦੇ ਕੱਪੜੇ ਉਹ ਪਾ ਕੇ ਉਹਦੀ ਟੈਸਟਿੰਗ ਕਰਦੇ ਆ ਕਿ ਉਹਨਾਂ ਤੇ ਕੋਈ ਉਹਦਾ ਇਫੈਕਟ ਨਾ ਹੋਵੇ ਰੇਡੀਏਸ਼ਨ ਦਾ। ਜਿੱਦਾਂ ਹੁਣ ਆਪਾਂ ਸਪੋਜ਼ ਆਪਾਂ ਡਾਕਟਰ ਦੇ ਜਾਂਦੇ ਆ ਕੋਈ ਐਕਸ-ਰੇ ਵਗੈਰਾ ਕਰਾਉਂਦੇ ਆ ਤੇ ਸਾਨੂੰ ਫਿਰ ਉਹ ਡਾਕਟਰ ਸਾਨੂੰ ਕੋਈ ਜੈਕਟ ਪਹਿਨਾਉਂਦੇ ਰਾਈਟ ਕਿ ਸਾਡੇ ਤੇ ਇਫੈਕਟ ਨਾ ਹੋਵੇ, ਤੇ ਉਹ ਆਪ ਫਿਰ ਡਾਕਟਰ ਉਹ ਦੂਸਰੇ ਪਾਸੇ ਚੱਲ ਜਾਂਦੇ ਕਿ ਉਹਨਾਂ ਨੂੰ ਕੋਈ ਇਫੈਕਟ ਨਾ ਹੋਵੇ ਤੇ ਉਹ ਐਕਸ-ਰੇ ਵਗੈਰਾ ਲੈਂਦੇ। ਦ ਸੇਮ ਥਿੰਗ ਉਹ ਵੀ ਇੱਦਾਂ ਹੀ ਕਰਦੇ ਆ ਟੈਸਟਿੰਗ, ਬਟ ਉਹ ਸਾਡੇ ਤੋਂ ਕਿਉਂ ਹਾਈਡ ਕੀਤੀ ਗਈ ਗੱਲ? ਮਤਲਬ ਸਿਟੀ ਨੇ ਵੀ ਹਾਈਡ ਕੀਤੀ। ਔਰ ਮੈਂ ਇੱਥੇ ਤੁਹਾਨੂੰ ਹੋਈ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਲੇਕਲੈਂਡ ਸ਼ਹਿਰ ਆ, ਉੱਥੇ ਲੋਕਾਂ ਨੇ ਸਾਰੇ ਟਾਵਰ ਹਟਾਏ। ਇਹ ਔਰ ਹਟਾਏ ਕਿੱਦਾਂ? ਕਾਨੂੰਨ ਦੇ ਜ਼ਰੀਏ। ਕੋਰਟ ਦੇ ਵਿੱਚ ਗਏ ਉਹਨਾਂ ਨੇ ਸਿਟੀ ਨੂੰ ਪਹਿਲਾਂ ਨੋਟਿਸ ਦਿੱਤਾ, ਸਿਟੀ ਨੇ ਫਿਰ ਉਹ ਕੰਪਨੀਆਂ ਨੂੰ ਨੋਟਿਸ ਦਿੱਤਾ ਤੇ ਉਹਨਾਂ ਨੇ ਟਾਵਰ ਹਟਾਏ। ਤੇ ਜਾਰਜੀਆ ਦੇ ਵਿੱਚ ਵੀ ਉੱਥੇ ਇਹ ਸੇਮ ਚੀਜ਼ ਹੋਈ ਆ। ਹੁਣ ਸਵਾਲ ਪੈਦਾ ਹੁੰਦਾ ਕਿ ਜੇ ਉਹ ਲੋਕ ਉਹਨਾਂ ਨੂੰ ਇਫੈਕਟ ਉਹ ਚੀਜ਼ ਦਾ ਕੀਤਾ ਸੀਗਾ ਤਾਂ ਹੀ ਉਹਨਾਂ ਨੇ ਜਾ ਕੇ ਦਰਖਾਸਤ ਕੀਤੀ ਨਾ ਕਿ ਭਾਈ ਇਹਨਾਂ ਨੂੰ ਹਟਾਓ। ਤਾਂ ਫਿਰ ਸਾਨੂੰ ਇੱਥੇ ਸਾਡੇ ਲੋਕੀ ਕਿਉਂ ਸਰਕਾਰਾਂ ਦੇ ਪਿੱਛੇ ਲੱਗ ਕੇ ਹੁਣ ਦੂਸਰਾ ਬੂਸਟਰ ਲਵਾ ਲਓ ਜੀ, ਹੁਣ ਤੀਸਰਾ ਲਵਾ ਲਓ, ਹੁਣ ਓਮੀਕਰੋਨ ਵੇਰੀਐਂਟ ਆ ਗਿਆ, ਪਹਿਲਾਂ ਡੈਲਟਾ ਵੇਰੀਐਂਟ ਸੀਗਾ। ਐਦਾਂ ਕਰਕੇ ਇਹਨਾਂ ਨੇ 12 ਵੇਰੀਐਂਟ ਕੱਢਣੇ ਔਰ 12 ਵੈਕਸੀਨੇਸ਼ਨ ਲਵਾਉਣੀਆਂ। ਉਹਦੇ ਪਰਥਾਏ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਕਿ ਵੈਕਸੀਨੇਸ਼ਨ ਕਿਉਂ ਲਗਾਉਣਾ ਚਾਹੁੰਦੇ ਆ। ਡਾਕਟਰ ਸਾਹਿਬ ਨੂੰ ਜੋੜਾਂਗੇ ਵੈਕਸੀਨੇਸ਼ਨ ਵਾਲੇ ਪਾਰਟ ਦੇ ਉੱਤੇ। ਇਸ ਤੋਂ ਬਾਅਦ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਤੁਹਾਡੇ ਕੋਲ। ਜੀ, ਜਦੋਂ 4G 3G ਦਾ ਯੁੱਗ ਸੀਗਾ, ਚੱਲ ਰਿਹਾ ਸੀ ਸਾਰਾ ਕੰਮ ਜੀ, ਕਾਰਪੋਰੇਟ ਨੂੰ ਕੀ ਜ਼ਰੂਰਤ ਪਈ ਕਿ ਉਹਨਾਂ ਨੇ 5G ਇੰਟਰੋਡਿਊਸ ਕੀਤਾ ਇਮੀਡੀਏਟਲੀ? ਇਹਦੇ ਨਾਲ ਇੰਨਾ ਵੱਡਾ ਡੈਮੇਜ ਹੋਇਆ, ਉਹਨਾਂ ਨੂੰ ਕੀ ਜ਼ਰੂਰਤ ਪਈ ਸੀ 5G ਲੈ ਕੇ ਆਉਣ ਦੀ? ਜਦੋਂ ਤੁਸੀਂ ਕਹਿ ਰਹੇ ਹੋ ਕਿ ਚਾਈਨਾ ਤੇ ਅਮਰੀਕਨ ਆਰਮੀ ਇਹਨੂੰ ਐਜ ਏ ਵੈਪਨ ਯੂਜ਼ ਕਰਦੀ ਸੀ, ਉਹਨਾਂ ਨੂੰ ਇਹਦੇ ਜਿਹੜੇ ਹੋਣ ਵਾਲੇ ਅਸਰ ਨੇ ਉਹਨਾਂ ਬਾਰੇ ਜਾਣਕਾਰੀ ਹੋਏਗੀ, ਪਹਿਲਾਂ ਸਾਇੰਟਿਸਟ ਨੂੰ ਹੋਏਗੀ। ਫਿਰ ਇਹ ਏਡੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ 5G ਇੰਟਰੋਡਿਊਸ ਕਰਾਉਣਾ ਪਿਆ ਜਦੋਂ ਕਿ ਪਹਿਲਾਂ ਹੀ ਇੰਟਰਨੈਟ ਵਗੈਰਾ ਦੀਆਂ ਸਹੂਲਤਾਂ ਜਿਹੜੀਆਂ ਦੁਨੀਆ ਭਰ 'ਚ 4G ਨਾਲ ਵੀ ਚੱਲ ਰਹੀਆਂ ਸੀ? ਬੜਾ ਵਧੀਆ ਸਵਾਲ ਹੈ ਜੀ ਗਿੱਲ ਸਾਹਿਬ। ਅਸਲ ਦੇ ਵਿੱਚ ਜਿਹੜਾ ਅਮਰੀਕਾ ਨਾ, ਇਹਨਾਂ ਦੇ ਜਿਹੜੇ ਬਿਲ ਗੇਟ ਸਾਹਿਬ ਆ, ਉਹਨਾਂ ਨੇ ਆਲਰੇਡੀ ਇਹਨਾਂ ਦੇ, ਮੈਂ ਤੁਹਾਨੂੰ ਕਹਿੰਦਾ ਇਹ ਪਲਾਨ ਡੈਮੇਜ ਹੈ। ਇਹ ਪਲਾਨਡ ਹੋ ਚੁੱਕਾ ਹੈ ਕਿ ਡੀਪੋਪੂਲੇਸ਼ਨ ਕਰਨੀ ਹੈ ਉਹਨਾਂ ਨੇ। ਡੀਪੋਪੂਲੇਸ਼ਨ ਉਹਨਾਂ ਨੇ 5G ਔਰ ਜਿਹੜਾ ਵੈਕਸੀਨੇਸ਼ਨ ਦਾ ਇਹਦਾ ਕਨੈਕਸ਼ਨ ਕਰਕੇ ਕਰਨੀ ਹੈ ਕਿ ਜਿਹੜਾ 5G ਦੀ ਫ੍ਰੀਕੁਐਂਸੀ ਆ ਉਹ ਬਹੁਤ ਸਟਰੋਂਗ ਆ। ਉਹਦੇ ਨਾਲ ਜਿਹੜਾ ਵੈਕਸੀਨੇਸ਼ਨ ਦੀ ਕਨੈਕਸ਼ਨ ਜਿਹੜੀ ਆ ਉਹ ਬੜੀ ਆਸਾਨੀ ਨਾਲ ਹੋ ਜਾਣੀ। ਬਟ ਜਿਹੜਾ 4G ਆ, 4G ਦੀ ਫ੍ਰੀਕੁਐਂਸੀ ਜਿਹੜੀ ਆ ਉਹ 2.4 ਗੀਗਾਹਰਟਜ਼ ਦੇ ਉੱਤੇ ਚੱਲਦੀ ਹੈ। ਉਹਦੇ ਨਾਲ ਉਹਦਾ ਕਨੈਕਸ਼ਨ ਨਹੀਂ ਹੋ ਸਕਦਾ। ਹੁਣ ਤੁਹਾਨੂੰ ਪਤਾ ਡਰਾਈਵਰਲੈਸ ਕਾਰਾਂ ਆ ਗਈਆਂ ਔਰ ਡਰਾਈਵਰਲੈਸ ਟਰੱਕਸ ਆ ਗਏ ਆ, ਬਿਲਕੁਲ ਵਹੀਕਲ ਸਾਰੇ ਆ ਰਹੀਆਂ, ਤੇ ਉਹਨਾਂ ਨੂੰ ਵੀ 5G ਦੇ ਨਾਲ ਹੀ ਰਿਲੇਟ ਕਰਨਾ ਉਹਨਾਂ ਨੇ। ਉਹ 4G ਤੇ ਨਹੀਂ ਚਲਾ ਸਕਦੇ। ਔਰ ਦੂਸਰੀ ਗੱਲ, ਇਹਨਾਂ ਨੂੰ ਅਸਲ 'ਚ ਜਿਹੜੇ ਇਹ ਘਰਾਣੇ ਆ ਨਾ ਵੱਡੇ, ਇਹਨਾਂ ਨੂੰ ਜ਼ਿਆਦਾ ਲੋਕਾਂ ਦੀ ਲੋੜ ਨਹੀਂ ਹੈਗੀ। ਔਰ ਇਹਨਾਂ ਨੂੰ ਜਦੋਂ ਇਹਨਾਂ ਨੇ ਚਾਹਿਆ ਉਦੋਂ ਇਹਨਾਂ ਦੇ ਹੱਥ ਰਿਮੋਟ ਹੋਣਾ ਇੱਕ ਕਿਸਮ ਦਾ। ਜਿੱਦਣ ਇਹਨਾਂ ਦੇ ਲੋਕਾਂ ਦੇ ਐਕਚੁਅਲੀ 12 ਵੈਕਸੀਨੇਸ਼ਨ ਦਾ ਇੰਜੈਕਸ਼ਨ ਲੱਗ ਗਿਆ ਨਾ, ਇਹਨਾਂ ਨੇ ਹੌਲੀ ਹੌਲੀ ਬੂਸਟਰ ਲਗਾਣੇ ਆ। ਔਰ ਵੱਡੀ ਗੱਲ ਇਹ ਆ ਕਿ ਇਹ ਸਾਰਾ ਟ੍ਰਾਇਲ ਬੇਸ ਆ। ਕੋਈ ਜਿਹੜੀ ਵੈਕਸੀਨੇਸ਼ਨ ਆ ਉਹ ਕੋਈ ਜਿਹੜੀ ਅੱਗੇ ਪਹਿਲਾਂ ਕੋਈ ਵੈਕਸੀਨੇਸ਼ਨ ਲੋਕਾਂ ਦੇ ਲੱਗਦੀ ਸੀ ਨਾ, ਉਹਨਾਂ ਨੂੰ ਘੱਟੋ ਘੱਟ 15 ਤੋਂ 20 ਸਾਲ ਉਹ ਟ੍ਰਾਇਲ ਹੁੰਦਾ ਸੀ ਕਿਸੇ ਐਨੀਮਲਸ ਦੇ ਉੱਤੇ, ਤੇ ਉਸ ਤੋਂ ਬਾਅਦ ਜਾ ਕੇ ਉਹ ਹਿਊਮਨ ਦੇ ਉੱਤੇ ਟ੍ਰਾਇਲ ਕਰਦੇ ਸੀ। ਹੁਣ ਕੀ ਹੋ ਰਿਹਾ? ਹੁਣ ਸਿੱਧਾ ਹਿਊਮਨ ਦੇ ਉੱਤੇ ਟ੍ਰਾਇਲ ਹੋ ਰਿਹਾ। ਔਰ ਜੇ ਉਹਨਾਂ ਨੂੰ ਪੁੱਛੋ ਕਿ ਇਹਨਾਂ ਵਿੱਚ ਇਨਗਰੀਡੀਐਂਟਸ ਕਿਹੜੇ ਹੈਗੇ ਆ, ਉਹ ਵੀ ਨਹੀਂ ਦੱਸ ਰਹੇ। ਹਾਂਜੀ, ਚਲੋ ਵੈਕਸੀਨੇਸ਼ਨ ਬਾਰੇ ਆਪਾਂ ਡਾਕਟਰ ਸਾਹਿਬ ਤੋਂ ਥੋੜੀ ਜਾਣਕਾਰੀ ਲਵਾਂਗੇ, ਪਰ ਮੈਂ ਇੱਕ ਸਵਾਲ ਤੁਹਾਨੂੰ ਹੋਰ ਇੱਥੇ ਕਰਨਾ ਚਾਹੁੰਦਾ, ਬੜਾ ਇੰਪੋਰਟੈਂਟ ਸਵਾਲ ਆ। ਉਹ ਇਹ ਆ
ਇੱਕ ਪਾਸੇ ਦੁਨੀਆ ਭਰ 'ਚ ਮੰਨਿਆ ਜਾਂਦਾ ਹੈ ਕਿ ਜਿਹੜੇ ਮੁਲਕ ਨੇ ਜਿਨ੍ਹਾਂ ਨੂੰ ਆਪਾਂ ਇਮੀਗ੍ਰੈਂਟਸ ਦੇ ਮੁਲਕ ਕਹਿੰਦੇ ਆ, ਖਾਸ ਕਰਕੇ ਕੈਨੇਡਾ, ਯੂਰਪ ਦੇ ਵੀ ਬਹੁਤ ਸਾਰੇ ਮੁਲਕ ਜਿਹੜੇ ਬਹੁਤ ਦੁਨੀਆ ਦੇ ਲੋਕ ਉੱਥੇ ਆ ਕੇ ਵਸਦੇ ਨੇ, ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਬਰਾਬਰ ਦਾ ਸਤਿਕਾਰ ਮਿਲਦਾ, ਹਾਲਾਂਕਿ ਡਿਸਕ੍ਰਿਮੀਨੇਸ਼ਨ ਹੈ, ਉਹ ਵੱਖਰਾ ਇਸ਼ੂ ਆ। ਇੱਕ ਪਾਸੇ ਤੇ ਇਹਨਾਂ ਕੋਲ ਵਰਕਫੋਰਸ ਹੈ ਨਹੀਂ, ਬਾਹਰੋਂ ਇਹਨਾਂ ਨੂੰ ਇਮੀਗ੍ਰੈਂਟਸ ਦੇ ਉੱਤੇ ਡਿਪੈਂਡ ਕਰਨਾ ਪੈਂਦਾ। ਦੂਜੇ ਪਾਸੇ ਕਹਿ ਰਹੇ ਤੁਸੀਂ ਡੀਪਾਪੂਲੇਸ਼ਨ ਕਰਨ ਦੇ ਕਾਰਨ ਕਰਕੇ ਇਹ ਕੰਮ ਕੀਤਾ, ਯਾਨੀ ਕਿ ਉਹਨਾਂ ਨੂੰ ਹੁਣ ਬਹੁਤੇ ਲੋਕਾਂ ਦੀ ਲੋੜ ਨਹੀਂ, ਬਹੁਤੇ ਵਰਕਰ ਦੀ ਲੋੜ ਨਹੀਂ। ਜੇ ਇਹ ਕਨਸੈਪਟ ਨੂੰ ਅਸੀਂ ਸਹੀ ਮੰਨ ਲਈਏ ਤੇ ਫਿਰ ਇਹ ਤੇ ਪਹਿਲਾ ਸਟੈਪ ਤੇ ਇਹੀ ਹੋ ਸਕਦਾ ਸੀ ਕਿ ਆਪਣੀ ਇਮੀਗ੍ਰੇਸ਼ਨ ਬੰਦ ਕਰ ਦਿੰਦੇ, ਪਾਲਿਸੀ ਚੇਂਜ ਕਰ ਦਿੰਦੇ, ਆਪਣੇ ਬੰਦੇ ਕਿਉਂ ਮਾਰੇ ਇਹਨਾਂ। ਜੀ ਬਹੁਤ ਬਹੁਤ ਵਧੀਆ ਸਵਾਲ ਹੈ ਜੀ। ਅਸਲ 'ਚ ਸਾਨੂੰ ਇਹ ਵੀ ਬਹੁਤ ਸਮਝਣਾ ਪੈਣਾ ਕਿ ਜਿਹੜੇ ਇਹ ਸਟੂਡੈਂਟਸ ਮੰਗਾ ਰਹੇ ਆ ਜਾਂ ਇਮੀਗ੍ਰੈਂਟਸ ਮੰਗਾ ਰਹੇ ਆ, ਉਹਦਾ ਕੀ ਫਾਇਦਾ ਇਹਨਾਂ ਨੂੰ ਆ ਔਰ ਲੋਕਾਂ ਨੂੰ ਉਹਦਾ ਕੀ ਫਾਇਦਾ ਆ। ਜਿਹੜਾ ਬੰਦਾ ਇੱਥੇ ਹੁਣ ਇਮੀਗ੍ਰੈਂਟਸ ਆਊਗਾ, ਉਹ ਘੱਟੋ ਘੱਟ ਉਹ ਆਪਣੇ ਨਾਲ 25-30 ਹਜ਼ਾਰ ਡਾਲਰ ਲੈ ਕੇ ਆਉਂਦਾ, ਠੀਕ ਹੈ। ਹੁਣ ਕੈਨੇਡਾ ਵਰਗੇ ਮੁਲਕ ਵਿੱਚ ਤੁਸੀਂ ਦੇਖੋ ਕਿ ਕੋਈ ਇਨਫਰਾਸਟ੍ਰਕਚਰ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਬ੍ਰਾਂਡਡ ਕਾਰ ਕੈਨੇਡਾ ਬਣਾ ਰਿਹਾ ਇਸ ਵੇਲੇ? ਨਹੀਂ ਬਣਾ ਰਿਹਾ ਨਾ। ਵੇਅਰ ਹਾਊਸ ਨੇ ਇਧਰ ਦਾ ਸਮਾਨ, ਬਿਲਕੁਲ ਜੀ, ਬਿਲਕੁਲ ਲੌਜਿਸਟਿਕ ਦਾ ਕੰਮ ਹੈ ਜਾਂ ਔਰ ਇਮੀਗ੍ਰੈਂਟਸ ਮੰਗਾਉਣ ਦਾ ਫਾਇਦਾ ਤਾਂ ਤਾਂ ਹੀ ਆ ਨਾ ਕਿ ਜੇ ਉਹ ਬੰਦਾ ਉੱਥੋਂ ਆਇਆ ਔਰ ਉਹਨੂੰ ਸੇਮ ਜੌਬ ਇੱਥੇ ਮਿਲ ਗਈ, ਆਣ ਕੇ ਤਾਂ ਉਹਨੂੰ ਵੇਅਰ ਹਾਊਸਾਂ 'ਚ ਧੱਕੇ ਖਾਣੇ ਪੈਂਦੇ। ਇਹ ਬਹੁਤ ਡਰਾਬੈਕ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ, ਇਹ ਬਹੁਤ ਵੱਡਾ ਡਰਾਬੈਕ ਹੈ। ਔਰ ਦੂਸਰੀ ਗੱਲ ਜਿਹੜਾ ਪੈਸਾ, ਹੁਣ ਤੁਸੀਂ ਦੇਖੋ ਕਿ ਮਿਲੀਅਨ ਲੋਕ ਹਰੇਕ ਸਾਲ ਐਜ਼ ਐਨ ਇਮੀਗ੍ਰੈਂਟਸ ਤੇ ਸਟੂਡੈਂਟਸ ਪੈਸਾ, ਹੁਣ ਸਰਕਾਰਾਂ ਵੀ ਉਹ ਮੰਨ ਰਹੀਆਂ ਕਿ ਸਾਨੂੰ ਜਿਹੜਾ ਪ੍ਰੋਫਿਟ ਹੀ ਸਟੂਡੈਂਟਸ ਕੋਲੋਂ ਆ, ਪ੍ਰੋਫਿਟ ਹੀ ਜਿਹੜਾ ਇਮੀਗ੍ਰੈਂਟਸ ਕੋਲੋਂ ਆ, ਇਸ ਕਰਕੇ ਆਪਾਂ ਇਮੀਗ੍ਰੇਸ਼ਨ ਪਾਲਿਸੀ ਦੇ ਬਾਅਦ ਕਿਸੇ ਗੱਲ ਕਰਾਂਗੇ। ਹੁਣ ਆਪਾਂ ਵੈਕਸੀਨੇਸ਼ਨ ਦਾ, ਕੋਈ ਡਾਕਟਰ ਸਾਹਿਬ ਆਏ ਆ ਸਪੈਸ਼ਲੀ, ਉਹਨਾਂ ਨਾਲ ਵੀ ਥੋੜੀ ਜਿਹੀ ਗੱਲ ਕਰ ਲਈਏ, ਫਿਰ ਆਪਾਂ ਨਾਲ ਵੈਨਕੂਵਰ ਤੋਂ ਕਮਲਜੀਤ ਨਾਲ ਵੀ ਜੁੜਨਾ ਹੈ। ਮੈਂ ਡਾਕਟਰ ਹਰਪ੍ਰੀਤ ਤੁਹਾਡੇ ਕੋਲ ਜਾਣਨਾ ਚਾਹੁੰਦਾ, ਤੁਸੀਂ ਵੈਸੇ ਤਾਂ ਹੋਮਿਓਪੈਥ ਨੂੰ ਨਾਲ ਸੰਬੰਧਿਤ ਹੋ, ਜਿਹੜੀਆਂ ਵੈਕਸੀਨ ਸਾਰੀਆਂ ਦੀਆਂ ਸਾਰੀਆਂ ਆਈਆਂ ਨੇ ਇਹ ਐਲੋਪੈਥੀ ਵਾਲਿਆਂ ਦੀਆਂ ਮਤਲਬ ਰਿਸਰਚ ਨੇ, ਰਿਸਰਚ ਕਹਿ ਲਓ ਜਾਂ ਉਹਨਾਂ ਦੀ ਪਲਾਨਿੰਗ ਕਹਿ ਲਓ ਕਿ ਉਹਦੇ ਨਾਲ ਆਈਆਂ। ਔਰ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਪਹਿਲਾਂ ਤਾਂ ਇਹ ਗੱਲ ਆਮ ਤੌਰ ਤੇ ਜਿਹੜੇ ਲੋਕ ਸਮਝਦਾਰ ਆ ਉਹ ਇਹ ਸਮਝਦੇ ਹੁੰਦੇ ਸੀ ਕਿ ਜਿਹੜੀ ਇਹ ਕਾਰਪੋਰੇਸ਼ਨ ਨੇ, ਫਾਰਮਾਸਿਊਟੀਕਲ ਕੰਪਨੀਆਂ ਨੇ ਜਿਹੜੀਆਂ ਨਾ, ਇਹ ਮੇਰੇ ਖਿਆਲ ਜਿਹੜਾ ਡਰੱਗ ਮਾਫੀਆ ਆ ਦੁਨੀਆ ਦੇ ਹਥਿਆਰਾਂ ਤੋਂ ਬਾਅਦ ਦੂਜਾ ਵੱਡਾ ਮਾਫੀਆ ਆ। ਤੇ ਇਹਨਾਂ ਲੋਕਾਂ ਨੇ, ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਕਿਹੜੇ ਬੈਕਟੀਰੀਆ ਕਦੋਂ ਛੱਡਣੇ ਆ, ਉਹਦੇ ਲਈ ਮੈਡੀਸਨ ਪਹਿਲਾਂ ਰਿਸਰਚ ਹੋਈ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਸਾਰੀ ਬਿਮਾਰੀ ਖੁਦ ਹੀ ਬਣਾਉਂਦੇ ਆ। ਇੱਦਾਂ ਦੀਆਂ ਗੱਲਾਂ ਆਪਾਂ ਸੁਣਦੇ ਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਨਸਪੀਰੇਸੀ ਥਿਊਰੀ ਹੁੰਦੀਆਂ ਨੇ ਯਾਰ, ਇਹ ਚੱਲਦੀਆਂ ਰਹਿੰਦੀਆਂ ਨੇ, ਪਤਾ ਨਹੀਂ ਸੱਚਾਈ ਆ ਕਿ ਨਹੀਂ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹੁਣ ਵੈਕਸੀਨ ਦੀ ਇੰਨੀ ਜ਼ਿਆਦਾ 3-4-5 ਕੰਪਨੀਆਂ ਨੇ ਫਟਾਫਟ ਵੈਕਸੀਨ ਬਣਾਉਣੀ ਸ਼ੁਰੂ ਕਰ ਦਿੱਤੀ ਔਰ ਉਹ ਕੰਪਨੀਆਂ ਬਿਲੀਅਨਰਸ ਹੋ ਗਈਆਂ ਥੋੜੇ ਜਿਹੇ ਸਮੇਂ 'ਚ, ਕੀ ਵੈਕਸੀਨ ਦਾ ਵੀ ਇਸ ਚੀਜ਼ ਦੇ ਨਾਲ ਕੋਈ ਸਿੱਧਾ ਸੰਬੰਧ ਹੈ? ਉਸ ਜਿਹੜਾ ਫਾਰਮਾਸਿਊਟੀਕਲ ਕੰਪਨੀਆਂ, ਉਹਨਾਂ ਦਾ ਸਰਕਾਰਾਂ ਨਾਲ ਮਿਲੀ ਭੁਗਤ ਕਰਕੇ ਸਾਰਾ ਕੁਝ ਹੈ? ਦੇਖੋ ਜੀ, ਤੁਹਾਨੂੰ ਤੁਸੀਂ ਆਪਣੇ ਆਲੇ ਦੁਆਲੇ ਦੇਖੋ, 2 ਸਾਲਾਂ ਤੋਂ ਕਿੰਨੇ ਸਟੋਰ ਬੰਦ ਹੋ ਗਏ ਆ। ਤੁਸੀਂ ਬਾਰਬਰਸ ਲਾ ਲਓ, ਤੁਸੀਂ ਬਿਊਟੀ ਸਲੂਨ ਵਾਲੇ ਲਾ ਲਓ, ਤੁਸੀਂ ਬੈਂਕੁਏਟ ਹਾਲ ਲਾ ਲਓ। ਆਮ ਬੰਦਾ ਰੁਲਿਆ ਤੇ 9 ਨਵੇਂ ਬਿਲੀਅਨਰ ਪੈਦਾ ਹੋ ਗਏ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ। ਤੇ ਥੋੜਾ ਜਿਹਾ ਮੈਂ ਤੁਹਾਨੂੰ ਸਰੋਤਿਆਂ ਨੂੰ ਵੀ ਇਹਨਾਂ ਦੇ ਥੋੜੇ ਪਿਛੋਕੜ ਬਾਰੇ ਦੱਸਾਂ ਕਿ ਇਹਨਾਂ ਦਾ ਹਿਸਟਰੀ ਕੀ ਹੈ, ਜਿਹੜੀ ਵੀ ਫਾਰਮੇਸੀ ਵਾਲੀ ਇੰਡਸਟਰੀਆਂ। 2009 ਦੇ ਵਿੱਚ US ਜਸਟਿਸ ਡਿਪਾਰਟਮੈਂਟ ਨੇ ਫਾਈਜ਼ਰ ਨੂੰ $2.3 ਬਿਲੀਅਨ ਦਾ ਜੁਰਮਾਨਾ ਕੀਤਾ ਸੀਗਾ ਫਰਾਡੂਲੈਂਟ ਮਾਰਕੀਟਿੰਗ ਵਾਸਤੇ, which was the biggest healthcare fraud in US history. Biggest. Authorities called Pfizer a repeat offender. ਇੱਕ ਤਾਂ ਹੁੰਦੇ ਨੇ ਇੱਕ ਵਾਰ ਗਲਤੀ ਹੋ ਗਈ, ਇਹਨਾਂ ਤੇ 5, 6, 7, 8 ਤੋਂ ਵੀ ਜ਼ਿਆਦਾ ਇਹਨਾਂ ਦੇ ਚਾਰਜ ਲੱਗੇ ਹੋਏ ਆ। ਤੇ and it also had to pay $60 million for bribing doctors and other foreign officials in Europe and Asia to win business and boost sales. ਇਹ Pfizer ਦੀ ਹਿਸਟਰੀ ਆ। ਇਹ ਤੋਂ ਬਿਨਾ ਹੋਰ ਬੜੇ ਇਹਨਾਂ ਦੇ ਚਾਰਜ ਲੱਗੇ ਹੋਏ ਆ। ਤੇ ਜੇ ਗੱਲ ਆਪਾਂ ਜੌਨਸਨ ਦੀ ਕਰੀਏ, ਇਹਨਾਂ ਦੇ ਜਿਹੜਾ ਟੈਲਕਮ ਪਾਊਡਰ, ਬੇਬੀ ਟੈਲਕਮ ਪਾਊਡਰ ਆ, ਉਹਨੇ ਕੈਂਸਰ ਕਾਜ਼ ਕੀਤਾ ਸੀ, ਉਹਨਾਂ ਤੇ ਵੀ ਕਿੰਨੇ ਮਿਲੀਅਨ ਡਾਲਰ ਦੇ ਚਾਰਜ ਲੱਗੇ ਆ। ਇਹ ਤੋਂ ਬਿਨਾ ਹੋਰ 6-7 ਚਾਰਜ ਇਹਨਾਂ ਤੇ ਲੱਗੇ ਹੋਏ ਆ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਚਾਰਜ ਲੱਗਣ ਤੋਂ ਬਾਵਜੂਦ ਕਿਸੇ ਨੂੰ ਸਜ਼ਾ ਨਹੀਂ ਹੋਈ। ਸੋ ਇਹ ਤੋਂ ਇਹ ਵੀ ਪਤਾ ਲੱਗਦਾ ਕਿ ਇਹ ਕੰਪਨੀਆਂ ਇੰਨਾ ਕੁ ਮਾਰਜਨ ਆਪਣਾ ਪਹਿਲਾਂ ਤੋਂ ਕੱਢ ਕੇ ਰੱਖਦੀਆਂ। ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਤੇ ਅੱਜ ਨਹੀਂ ਤਾਂ ਕੱਲ ਚਾਰਜ ਲੱਗਣੇ ਆ, ਉਹਦਾ ਮਾਰਜਨ ਆਪਾਂ ਸਾਈਡ ਤੇ ਕੱਢ ਕੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਤੁਸੀਂ ਇਹ ਜਾਣ ਕੇ ਬਹੁਤ ਹੈਰਾਨ ਹੋਵੋਗੇ ਕਿ ਮੈਡੀਕਲ ਐਰਰਸ ਆਰ ਦਾ ਥਰਡ ਲੀਡਿੰਗ ਕਾਜ਼ ਆਫ ਡੈਥ ਇਨ ਯੂਐਸ। ਮਤਲਬ ਕੈਂਸਰ ਤੇ ਹਾਰਟ ਅਟੈਕ ਦੀ ਪ੍ਰੋਬਲਮ ਤੋਂ ਬਾਅਦ ਜੇ ਕੋਈ ਲੋਕ ਮਰਦੇ ਆ ਉਹ ਮੈਡੀਕਲ ਐਰਰਸ ਦੀ ਕਰਕੇ ਮਰਦੇ ਆ। ਤੇ ਮੈਂ ਤੁਹਾਨੂੰ ਥੋੜੇ ਜਿਹੇ ਨੰਬਰ ਦੱਸਾਂ। ਵੈਕਸੀਨ ਲਵਾ ਕੇ ਯੂਐਸ ਦੇ ਵਿੱਚ 2 ਸਾਲਾਂ ਦੇ ਵਿੱਚ 20,000 ਲੋਕ ਮਰ ਚੁੱਕੇ ਆ ਅਕੋਰਡਿੰਗ ਟੂ ਦਾ ਅਫੀਸ਼ੀਅਲ ਵੇਅਰਸ ਡਾਟਾ। ਇਹ ਉਹਨਾਂ ਦਾ ਆਪਣਾ ਇੱਕ ਸਿਸਟਮ ਹੁੰਦਾ ਵੈਕਸੀਨ ਐਡਵਰਸ ਇਵੈਂਟ ਰਿਪੋਰਟਿੰਗ ਸਿਸਟਮ। ਤੇ ਇਹ 20,000 ਉਹ ਹੈ ਜਿਹੜੇ ਕਿ ਰਿਕਾਰਡ ਹੋਏ ਆ, ਜਿਹੜੇ ਡਾਕਟਰ ਨੇ ਐਕਸੈਪਟ ਕੀਤੇ ਆ ਤੇ ਉਹਨਾਂ ਦੇ ਸਿਸਟਮ 'ਚ ਗਏ ਆ। ਕਿ ਕਿਹਾ ਇਹ ਜਾਂਦਾ ਕਿ ਇਹ ਸਿਰਫ 1% ਸਿਸਟਮ 'ਚ ਜਾਂਦੀ ਹੈ ਗੱਲ, ਹਜੇ ਬਹੁਤ ਵੱਡਾ ਬੈਕਲੌਗ ਹੈ ਪਿੱਛੇ। ਤੇ ਹਰ ਡਾਕਟਰ ਮੇਰੇ ਕੋਲ ਕਈ ਪੇਸ਼ੈਂਟ ਆਉਂਦੇ ਆ ਕਿ ਸਾਨੂੰ ਵੈਕਸੀਨ ਤੋਂ ਬਾਅਦ ਇਹ ਹੋ ਗਿਆ ਉਹ ਹੋ ਗਿਆ, ਪਰ ਡਾਕਟਰ ਮੰਨਣ ਨੂੰ ਤਿਆਰ ਨਹੀਂ। ਸੋ ਮੇਰੇ ਸੁਣਨ ਦੇ ਵਿੱਚ ਇਹ ਵੀ ਹੈ ਕਿ ਡਾਕਟਰਾਂ ਨੂੰ ਵੀ ਪਿੱਛੋਂ ਡਰਾਵਾ ਦਿੱਤਾ ਜਾ ਰਿਹਾ ਕਿ ਜੇ ਤੁਸੀਂ ਵੈਕਸੀਨ ਬਾਰੇ ਕੁਝ ਵੀ ਬੋਲਿਆ ਤੇ ਤੁਹਾਡੇ ਲਾਇਸੈਂਸ ਸਸਪੈਂਡ ਹੋਣਗੇ, ਤੇ ਹੋਏ ਆ। ਮੈਂ ਕਾਫੀ ਡਾਕਟਰਾਂ ਨੂੰ ਜਾਣਦਾ ਜਿਹੜੇ ਮੁਲਕ ਛੱਡ ਕੇ ਯੂਐਸ ਚਲ ਗਏ ਆ। ਅੱਛਾ ਮੈਨੂੰ ਡਾਕਟਰ ਸਾਹਿਬ ਇਹ ਦੱਸੋ, ਵੈਕਸੀਨ ਲੈਣ ਦੇ ਲਾਭ ਤੇ ਮੈਨੂੰ ਪਤਾ ਨਹੀਂ, ਜੋ ਤੱਕ ਦੱਸੇ ਜਾ ਰਹੇ ਆ ਜਿੱਦਾਂ ਸਰਕਾਰਾਂ ਦੱਸਦੀਆਂ, ਉਹਦੀ ਹਾਨੀ ਕੀ ਆ? ਜੇ ਅਸੀਂ ਲਵਾਉਂਦੇ ਆ ਤਾਂ ਉਹਦੇ ਨਾਲ ਕੀ ਨੁਕਸਾਨ ਹੋ ਸਕਦਾ? ਕਿਉਂਕਿ ਕੈਨੇਡਾ 'ਚ ਬਹੁਤ ਸਾਰੇ ਲੋਕ ਜਿਹੜੇ ਆ, ਖਾਸ ਕਰਕੇ ਕੁਝ ਸਟੇਟਾਂ ਜਿਹੜੀਆਂ ਨੇ ਜਿੱਥੇ ਕੰਜ਼ਰਵੇਟਿਵ ਪਾਰਟੀਆਂ ਹੋਲਡ ਕਰਦੀਆਂ ਨੇ ਜਾਂ ਜਿੱਥੇ ਕੰਜ਼ਰਵੇਟਿਵ ਸੋਚ ਦੇ ਲੋਕ ਨੇ, ਉਹ ਸਮਝਦੇ ਨੇ ਕਿ ਇਹਦੇ ਨਾਲ ਸਾਡਾ ਕੋਈ ਨਰਵ ਸਿਸਟਮ ਜਿਹੜਾ ਆ ਉਹਦੀ ਕੋਈ ਵੀਕਨੈਸ ਅੱਗੇ ਚੱਲ ਕੇ ਹੋ ਸਕਦੀ ਆ। ਤੁਹਾਨੂੰ ਵੀ ਕੋਈ ਲੱਗਦਾ ਹੈ, ਜੇ ਡਾਕਟਰ ਤੁਸੀਂ ਇਹ ਚੀਜ਼ਾਂ ਨੂੰ ਸਮਝਦੇ ਹੋਗੇ, ਤੁਹਾਨੂੰ ਕੋਈ ਲੱਗਦਾ ਹੈ ਕਿ ਇਹਦੇ ਲੈਣ ਨਾਲ ਹੁਣ ਅੱਗੇ ਬੂਸਟਰ ਡੋਜ਼ ਆ ਗਈਆਂ, ਜਿਵੇਂ ਇਹਨਾਂ ਨੇ ਪ੍ਰੇਮ ਗਿੱਲ ਨਾਲ ਦੱਸਿਆ ਕਿ ਅੱਗੇ ਚੱਲ ਕੇ ਇਹਨੂੰ 12 ਬੂਸਟਰ ਡੋਜ਼ 'ਚ ਵੀ ਕਨਵਰਟ ਕਰ ਸਕਦੇ, ਯਾਨੀ ਕਿ ਆਪਾਂ ਹਰ ਸਾਲ ਹੁਣ ਅਗਲੀ ਜ਼ਿੰਦਗੀ ਇਹਨਾਂ ਵੈਕਸੀਨ ਦੇ ਉੱਤੇ ਹੀ ਆਪਣੀ ਜਿਹੜੀ ਉਹ ਡਿਪੈਂਡੈਂਟ ਰਹੇਗੀ, ਜਿਹਦਾ ਆਪਾਂ ਫਲੂ ਸ਼ੋਟ ਹਰ ਸਾਲ ਲਾਉਂਦੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਵੈਕਸੀਨ ਹੈ, ਇਹਦੇ ਕੋਈ ਸਾਈਡ ਇਫੈਕਟਸ ਜਾਂ ਬੈਡ ਇਫੈਕਟਸ ਜਾਂ ਕੋਈ ਇਸ ਤਰ੍ਹਾਂ ਦੇ ਹੋ ਸਕਦੇ ਜਿੱਦਾਂ ਦਾ ਅਸੀਂ ਪ੍ਰਚਾਰ ਸੁਣਦੇ ਹਾਂ? ਹੋ ਸਕਦੇ ਨਹੀਂ ਗਿੱਲ ਸਾਹਿਬ, ਹੋ ਰਹੇ ਆ। ਅ ਸਾਇਲੈਂਟ ਮੈਡੀਕਲ ਜੈਨੋਸਾਈਡ ਇਜ਼ ਹੈਪਨਿੰਗ ਰਾਈਟ ਨਾਓ, ਤੇ ਲੋਕਾਂ ਨੂੰ ਕੰਨੋ ਕੰਨ ਖਬਰ ਹੀ ਨਹੀਂ। ਬਹੁਤ ਵੱਡਾ ਜੈਨੋਸਾਈਡ ਚੱਲ ਰਿਹਾ ਇਸ ਟਾਈਮ, ਸਿਹਤ ਦੇ ਨਾਮ ਤੇ, ਕਰੋਨਾ ਦੇ ਨਾਮ ਤੇ। ਜਿਵੇਂ ਮੈਂ ਤੁਹਾਨੂੰ ਦੱਸਿਆ 20,000 ਲੋਕ ਮਰ ਚੁੱਕੇ ਆ ਯੂਐਸ, ਕੱਲੇ ਯੂਐਸ ਦੇ ਵਿੱਚ, ਬਾਕੀ ਦੁਨੀਆ ਦੀ ਤਾਂ ਗੱਲ ਹੀ ਛੱਡੋ। ਨਹੀਂ ਉਦਾਂ ਤੇ 8 ਲੱਖ ਤੋਂ ਜ਼ਿਆਦਾ ਮਰ ਚੁੱਕੇ ਨਾ ਟੋਟਲ। ਉਹ ਅਨਅਫੀਸ਼ੀਅਲ ਫਿਗਰਸ ਹੈ। ਇਹ ਜਿਹੜਾ ਮੈਂ ਅਫੀਸ਼ੀਅਲ ਦੱਸ ਰਿਹਾ, ਜਿਹੜਾ ਕਿ ਉਹ ਮੰਨ ਰਹੇ ਆ। ਨਹੀਂ ਮੈਂ ਟੋਟਲ ਡੈਥ ਦੀ ਗੱਲ ਕਰ ਰਿਹਾ, ਤੁਸੀਂ ਕਹਿ ਰਹੇ ਹੋ ਮੈਡੀਕਲ ਪੁਆਇੰਟ ਆਫ ਵਿਊ ਨਾਲ। ਜੀ ਨਹੀਂ, ਵਿਦ ਦਾ ਵੈਕਸੀਨੇਸ਼ਨ ਹੀ ਸੀ। ਵੈਕਸੀਨੇਸ਼ਨ ਨਾਲ ਮੈਂ ਕੋਵਿਡ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਵੈਕਸੀਨ, ਮੈਂ ਓਵਰਆਲ ਕਰ ਰਿਹਾ। ਕੋਵਿਡ ਨਾਲ ਦੁਨੀਆ ਦਾ ਨੰਬਰ 1 ਅਮਰੀਕਾ, ਜਿੱਥੇ ਸਭ ਤੋਂ ਜ਼ਿਆਦਾ ਡੈਥ ਹੋਈਆਂ, ਪਰ ਤੁਸੀਂ ਨਾਲ ਇਹ ਵੀ ਦੱਸ ਰਹੇ ਹੋ ਕਿ ਵੈਕਸੀਨੇਸ਼ਨ ਦੇ ਨਾਲ ਵੀ ਇੰਨੀਆਂ ਡੈਥ ਹੋ ਗਈਆਂ। ਜੀ 20,000 ਡੈਥ ਹੋਈਆਂ ਤੇ 1 ਲੱਖ ਤੋਂ ਵੱਧ ਸੀਰੀਅਸ ਸਾਈਡ ਇਫੈਕਟ ਹੋਇਆ। ਇੱਕ ਤਾਂ ਮਾਈਲਡ ਹੁੰਦੇ ਨਾ, ਬੁਖਾਰ ਹੋ ਗਿਆ, ਸਾਈਡ ਤੇ ਪੇਨ ਹੋਈ ਜਾਂ ਹੈਡੇਕ ਹੋਇਆ 1-2 ਦਿਨ। 1 ਲੱਖ ਤੋਂ ਵੱਧ ਅਫੀਸ਼ੀਅਲ ਫਿਗਰਸ ਦੱਸ ਰਹੇ ਕਿ ਸੀਰੀਅਸ ਸਾਈਡ ਇਫੈਕਟ ਦਾ ਮਤਲਬ ਕਿਸੇ ਦਾ ਇੱਕ ਸਾਈਡ ਦਾ ਪੈਰਾਲਿਸਿਸ ਹੋ ਗਿਆ, ਉਹ ਤੋਂ ਚੱਲਿਆ ਨਹੀਂ ਜਾ ਰਿਹਾ, ਕਿਸੇ ਦਾ ਮੂੰਹ ਵਿੰਗਾ ਹੋ ਗਿਆ, ਬੈਲਸ ਪਾਲਸੀ ਹੋ ਗਈ, ਕਿਸੇ ਨੂੰ ਸੀਜ਼ਰ ਆਉਣੇ ਸ਼ੁਰੂ ਹੋ ਗਏ, ਕਿਸੇ ਦੀ ਲੱਤ ਕੱਟਣੀ ਪਈ, ਕਿਸੇ ਦੀ ਡੈਥ ਹੋ ਗਈ, ਹਾਰਟ ਅਟੈਕ ਆ ਗਿਆ। ਹੁਣ ਤੁਸੀਂ ਹੁਣ ਤੱਕ ਕਾਫੀ ਸਪੋਰਟਸ ਜਿਹੜੇ ਹੈਗੇ ਖੇਡਣ ਵਾਲੇ, ਖਾਸ ਕਰਕੇ ਯੰਗ ਜਿਹੜੇ ਹੈਗੇ ਮੇਲ, ਉਹਨਾਂ ਨੂੰ ਹਾਰਟ ਦੀਆਂ ਪ੍ਰੋਬਲਮਾਂ ਜ਼ਿਆਦਾ ਆ ਰਹੀਆਂ। ਫੀਲਡ ਤੇ ਖੇਡਦੇ ਲੋਕ ਮਰੇ ਆ, ਚਾਹੇ ਉਹ ਕ੍ਰਿਕਟਰ ਹੋਣ, ਚਾਹੇ ਫੁੱਟਬਾਲ ਖੇਡਣ ਵਾਲੇ ਹੋਣ, ਚਾਹੇ ਕੋਈ ਵੀ ਆਪਣੇ ਸਪੋਰਟਸ ਵਾਲੇ ਲੋਕ। ਪਰ ਡਾਕਟਰ ਸਾਹਿਬ ਡੇ ਬਾਈ ਡੇ ਤੇ ਹੁਣ ਗੱਲ ਕੋਈ 12 ਸਾਲ ਦੇ ਬੱਚਿਆਂ ਨੂੰ ਲੱਗਣਾ ਸ਼ੁਰੂ ਹੋਇਆ ਸੀ, ਹੁਣ ਦੇ 5 ਸਾਲ ਦੇ ਬੱਚਿਆਂ ਨੂੰ ਵੀ ਲੱਗ ਜਾਣਾ। ਫਿਰ ਤੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ, ਜਿੱਦਾਂ ਤੁਸੀਂ ਕਹਿ ਰਹੇ ਹੋ, ਜੇ ਵਾਕਈ ਇਦਾਂ ਹੋਵੇ ਤੇ ਫਿਰ ਤੋਂ ਨਿੱਕੇ ਬੱਚੇ ਜਿਹੜੇ ਆ ਉਹਨਾਂ ਦੇ ਉੱਤੇ ਤੇ ਬਹੁਤ ਛੇਤੀ ਇਹਦੇ ਬਾਰੇ ਅਸਰ ਹੋ ਸਕਦੇ ਜੀ। ਬੱਚੇ ਤਾਂ ਬਾਅਦ ਚੋਂ ਮਾਵਾਂ ਜਿਹੜੀਆਂ ਵੀ ਮਾਵਾਂ ਨੇ ਲਵਾਈਆਂ, ਕਿਹਾ ਜਾ ਰਿਹਾ ਕਿ 80% ਉਹਨਾਂ ਦੇ ਮਿਸਕੈਰੇਜ ਹੋ ਰਹੀ ਹੈ, ਉਹਨਾਂ ਦੇ ਬੱਚੇ ਨਹੀਂ ਹੋ ਰਹੇ। ਇਹ ਪ੍ਰੋਬਲਮ ਤਾਂ ਸਾਨੂੰ ਪਹਿਲਾਂ ਤੋਂ ਵੀ ਸੀ, ਹੁਣ ਹੋਰ ਵਰਸ ਹੋ ਗਈ ਹੈ। ਹੁਣ ਗਾਂ ਦੇ ਬੱਚੇ ਕੋਈ ਵਿਰਲੀ ਮਾਂ ਹੋਗੀ ਜਿਹਦੇ ਹੈਲਦੀ ਬੱਚੇ ਹੋਣਗੇ। ਸੋ ਇਹ ਗੱਲ ਮੈਂ ਯੂਐਸ ਦੀ ਕੀਤੀ ਹੈ। ਤੁਸੀਂ ਇਹ ਸੁਣ ਕੇ ਵੀ ਹੈਰਾਨ ਹੋਵੋਗੇ ਕਿ 2.5 ਤੋਂ 4.5 ਲੱਖ ਲੋਕ ਹਰ ਸਾਲ ਯੂਐਸ 'ਚ ਮਰਦੇ ਮੈਡੀਕਲ ਐਰਰਸ ਕਰਕੇ, ਡਾਕਟਰਸ ਦੀ ਗਲਤੀ ਕਰਕੇ। ਕਿਸੇ ਨੇ ਗਲਤ ਦਵਾਈ ਦੇਤੀ, ਜ਼ਿਆਦਾ ਦਵਾਈ ਦੇਤੀ, ਘੱਟ ਦਵਾਈ ਦੇਤੀ, ਲੱਤ ਦਾ ਇਧਰਲੀ ਤਾਂ ਸਰਜਰੀ ਕਰਨੀ ਸੀ, ਦੂਜੀ ਦੀ ਕਰਤੀ, ਖੱਬੀ ਅੱਖ ਦੀ ਕਰਨੀ ਸੀ, ਸੱਜੀ ਦੀ ਕਰਤੀ। 2.5 ਤੋਂ 4.5 ਲੱਖ ਲੋਕ ਡਾਕਟਰਾਂ ਦੀ ਗਲਤੀ ਕਰਕੇ ਮਰਦੇ ਆ, ਮੈਡੀਕਲ ਸਿਸਟਮ ਦੀ ਗਲਤੀ ਕਰਕੇ ਮਰਦੇ ਆ। ਤੇ ਇਹ ਉਹ ਹੈ ਜਿਹੜੇ ਰਿਪੋਰਟ ਹੋਏ ਆ, ਜਿਹੜੇ ਫੜੇ ਗਏ ਆ। ਹਰ ਬੰਦਾ ਰਿਪੋਰਟ ਵੀ ਨਹੀਂ ਕਰਦਾ। ਤੇ ਓਕੇ, ਜੇ ਮੈਂ ਕੈਨੇਡਾ ਦੀ ਗੱਲ ਕਰਾਂ, ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਅਪਰੋਕਸੀਮੇਟਲੀ 30,000 ਕੋਵਿਡ ਡੈਥ ਹੋਈਆਂ। ਤੇ ਤੁਹਾਨੂੰ ਪਤਾ ਹੈ 28,000 ਡੈਥ ਡਾਕਟਰਾਂ ਦੀ ਗਲਤੀ ਕਰਕੇ ਇੱਥੇ ਵੀ ਹੁੰਦੀ ਹੈ। ਇਹ ਸਾਰੀ ਦੁਨੀਆ 'ਚ ਇੱਦਾਂ ਹੀ ਹੁੰਦਾ। ਆਪਾਂ ਡਾਕਟਰ ਕੋਲ ਉਹਨੂੰ ਰੱਬ ਸਮਝ ਕੇ ਉਹਨਾਂ ਕੋਲ ਜਾਂਦੇ ਕਿ ਸਾਡੀ ਜਾਨ ਬਚਾਊਗਾ। ਹੁਣ ਜੇ ਡਾਕਟਰ ਹੀ ਸਾਡੇ ਜਾਨ ਦੇ ਵੈਰੀ ਬਣ ਜਾਣ ਤੇ ਫਿਰ ਕੌਣ ਬਚਾਊਗਾ? ਤੇ ਮੈਂ ਇਹ ਪੁਆਇੰਟ ਤਾਂ ਰੇਜ਼ ਕੀਤਾ ਹੈ ਕਿ 30,000 ਕੋਵਿਡ ਦੀਆਂ ਡੈਥਾਂ ਹੋਈਆਂ 2 ਸਾਲ ਦੇ ਵਿੱਚ। 2 ਸਾਲ ਨੂੰ ਡਿਵਾਈਡ ਕਰ ਲਓ 2 ਨਾਲ, ਮੰਨ ਲਓ ਕਿ ਸਾਲ ਦੇ ਵਿੱਚ 15,000 ਡੈਥ ਹੋਈਆਂ। 28,000 ਤਾਂ ਡਾਕਟਰ ਦੀ ਗਲਤੀ ਨਾਲ ਹੋ ਗਈਆਂ। ਸੋ
ਕੋਵਿਡ ਵੱਡੀ ਥ੍ਰੈਟ ਹੋਈ ਕਿ ਸਾਡੇ ਮੈਡੀਕਲ ਸਿਸਟਮ ਵੱਡੀ ਥ੍ਰੈਟ ਹੋਇਆ ਸਾਨੂੰ? ਇਹ ਬਹੁਤ ਵੱਡਾ ਸਵਾਲ ਹੈ ਜੀ। ਅੱਛਾ ਪ੍ਰੇਮ ਜੀ, ਤੁਹਾਡਾ ਕੋਈ ਕੋਈ ਫੇਰ ਹੋਣਾ ਪਤਾ, ਤੁਸੀਂ ਆਫ ਦੀ ਈਅਰ ਮੇਰੇ ਨਾਲ ਇੱਕ ਦਿਨ ਗੱਲ ਕਰ ਰਹੇ ਸੀ ਜਿਸ ਦਿਨ ਆਪਾਂ ਪਹਿਲੇ ਦਿਨ ਮਿਲੇ ਸੀਗੇ ਜੀ ਜੀ ਕਿ ਬਹੁਤ ਸਾਰੇ ਜਿਹੜੇ ਸਾਡੇ ਸੀਨੀਅਰ ਦੇ ਹੋਮ ਨੇ ਜੀ, ਰਿਟਾਇਰੀ ਲੋਕ ਜਿੱਥੇ ਰਹਿੰਦੇ ਜੀ, ਰਹਿੰਦੇ ਉੱਥੇ ਡੈਥ ਟੋਲ ਬਹੁਤ ਜ਼ਿਆਦਾ ਸੀਗੀਆਂ। ਇਹਦੇ ਪਿੱਛੇ ਤੁਸੀਂ ਮੈਨੂੰ ਕੁਝ ਕਹਾਣੀ ਦੱਸ ਰਹੇ ਸੀ, ਇਹਦਾ ਵਜ੍ਹਾ ਕੀ ਲੱਗਦੀ ਹੈ ਤੁਹਾਨੂੰ? ਹਾਂਜੀ ਗਿੱਲ ਸਾਹਿਬ, ਥੈਂਕ ਯੂ ਤੁਹਾਡਾ। ਇਹ ਐਕਚੁਅਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹਦੇ ਵਿੱਚ ਬੜਾ ਵੱਡਾ ਇੱਕ ਰਾਜ ਆ। ਤੁਸੀਂ ਦੇਖੋ ਕਿ ਸੀਨੀਅਰ ਦੀਆਂ ਜਿਹੜੀਆਂ ਬਿਲਡਿੰਗਸ ਆ ਉਹਨਾਂ ਦੇ 5G ਟਾਵਰ ਲਗਾਤੇ, ਜਿੰਨੀਆਂ ਸੀਨੀਅਰ ਦੀ ਬਿਲਡਿੰਗ ਤੁਸੀਂ GTA ਤੇ ਤੁਸੀਂ ਘੁੰਮ ਕੇ ਦੇਖ ਲਓ ਕਿ ਕਾਰਨ ਕੀ ਮਤਲਬ ਇਹ ਆ ਕਿ ਉਦਾਂ ਜਿਹੜੀਆਂ ਦੂਜੀਆਂ ਬਿਲਡਿੰਗ, ਕਿਉਂਕਿ ਉਹਨਾਂ ਨੇ ਬੋਲਣਾ ਨਹੀਂ ਨਾ, ਉਹਨਾਂ ਨੇ ਅਪੋਜ਼ ਨਹੀਂ ਕਰਨਾ। ਸੀਨੀਅਰ ਤਾਂ ਆਲਰੇਡੀ ਦੂਸਰੇ ਤੇ ਮੁਹਤਾਜ ਹੁੰਦੇ ਆ, ਉਹਨਾਂ ਨੇ ਅਪੋਜ਼ ਹੀ ਨਹੀਂ ਕਰਨਾ ਕਿ ਭਾਈ ਇਹ ਕਿਉਂ ਹੋ ਰਿਹਾ। ਔਰ ਜਿੰਨੀਆਂ ਸੀਨੀਅਰ ਬਿਲਡਿੰਗ ਆ ਉਹ ਸਾਰੀਆਂ ਪ੍ਰਾਈਵੇਟ ਹੱਥਾਂ ਦੇ ਵਿੱਚ ਆ, ਔਰ ਉਹਨਾਂ ਨੇ ਉਹਨਾਂ ਨੂੰ ਯੂਜ਼ ਕੀਤਾ, ਔਰ ਕਿੰਨੀ ਜ਼ਿਆਦਾ ਡੈਥ ਹੋਈ ਹੈ ਸੀਨੀਅਰ ਦੀ। ਅੱਛਾ ਜੀ, ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੇ ਸੀਨੀਅਰ ਨੇ ਉਹਨਾਂ ਦੇ ਟਾਵਰ ਉੱਤੇ ਲਾਏ ਗਏ ਜਿਹਦੇ ਕਰਕੇ ਜ਼ਿਆਦਾ ਸੀਨੀਅਰ ਜਿਹੜੇ ਉਹ ਅਫੈਕਟਡ ਹੋਏ? ਬਿਲਕੁਲ ਹਾਂਜੀ ਬਿਲਕੁਲ ਜੀ। ਵੈਨਕੂਵਰ ਸਾਡੇ ਨਾਲ ਜੁੜ ਜਾਣਗੇ ਜੀ ਕਵਲਜੀਤ ਰੀ, ਉਹਨਾਂ ਨਾਲ ਵੀ ਥੋੜੀ ਜਿਹੀ ਅਸੀਂ ਗੱਲ ਕਰਨੀ ਆ ਜੇ ਸਾਡੀ ਕਾਲ ਲੈ ਲੈਂਦੇ ਆ, ਕਿਉਂਕਿ ਉਹਨਾਂ ਨੇ ਅਸੀਂ ਤੈਅ ਕੀਤਾ ਸੀ ਪਹਿਲਾਂ ਕਿ ਅਸੀਂ ਤੁਹਾਨੂੰ ਡਿਊਰਿੰਗ ਪ੍ਰੋਗਰਾਮ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਜੀ ਕਵਲਜੀਤ। ਸਤਿ ਸ਼੍ਰੀ ਅਕਾਲ ਜੀ ਕਵਲਜੀਤ ਜੀ। ਸਤਿ ਸ੍ਰੀ ਅਕਾਲ। ਟੀਵੀ ਪੰਜਾਬੀ ਦੁਨੀਆ ਤੋਂ ਬੋਲ ਰਿਹਾ ਜੀ, ਮੈਂ ਹਰਜੀਤ ਗਿੱਲ ਤੁਹਾਡੇ ਨਾਲ ਗੱਲ ਕਰ ਰਿਹਾ। ਮੇਰੇ ਨਾਲ ਪ੍ਰੇਮ ਗਿੱਲ ਰੀ ਤੇ ਡਾਕਟਰ ਹਰਪ੍ਰੀਤ ਬੈਠੇ ਆ। ਅਸੀਂ ਗੱਲਬਾਤ ਕਰ ਰਹੇ ਸੀ ਕੋਵਿਡ ਨੂੰ ਲੈ ਕੇ, ਜਿਹੜੀ ਚੱਲ ਰਿਹਾ ਮਹਾਮਾਰੀ ਦਾ ਦੌਰ ਜਿਹਨੂੰ ਅਸੀਂ ਕਹਿ ਰਹੀਆਂ ਸਾਡੀਆਂ ਸਰਕਾਰਾਂ। ਪਰ ਇਹ ਮੇਰੇ ਦੋਵੇਂ ਸੱਜਣ ਵੀਰ ਤੇ ਦੱਸ ਰਹੇ ਆ ਕਿ ਇਹ ਮਹਾਮਾਰੀ ਨਹੀਂ, ਇਹ ਪਲਾਨ ਕੀਤਾ ਹੋਇਆ ਇੱਕ ਸਿਸਟਮ ਹੈ। ਤੇ ਤੁਸੀਂ ਵੀ ਇਹਦੇ ਬਾਰੇ ਕਾਫੀ ਜਾਣਕਾਰੀ ਰੱਖਦੇ ਹੋ। ਅਸੀਂ ਤੁਹਾਡੇ ਕੋਲ ਜਾਣਨਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਕੁਝ ਚੱਲ ਰਿਹਾ ਇਹਦੇ ਪਿੱਛੇ ਕੀ ਹੋ ਸਕਦਾ? ਹਾਂਜੀ ਬਿਲਕੁਲ, ਇਹ ਸਹੀ ਕਹਿ ਰਹੇ ਨੇ ਕਿ ਇਹ ਜਿਹੜਾ ਇਹ ਪੈਂਡੇਮਿਕ ਆ, ਹਾਂਜੀ ਇਹ ਪੈਂਡੇਮਿਕ ਕਿੱਦਾਂ, ਕਿਉਂਕਿ ਅਕਤੂਬਰ 18 ਨੂੰ 2019 ਚ ਜੀ ਮਹਾਮਾਰੀ ਹੋਣ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ। ਇਹਨਾਂ ਨੇ ਇੱਕ ਇਵੈਂਟ 201 ਰੱਖਿਆ ਸੀਗਾ, ਵਰਲਡ ਇਕਨੋਮਿਕ ਫੋਰਮ ਨੇ ਤੇ ਜੌਨ ਹੌਪਕਿੰਸਨ ਯੂਨੀਵਰਸਿਟੀ ਨੇ। ਹਾਂਜੀ। ਤੇ ਉਹਦੇ ਚ ਇਦਾਂ ਉਹਨਾਂ ਨੇ ਇੱਕ ਸਿਮੂਲੇਸ਼ਨ ਕੀਤੀ ਸੀ ਸਾਰੇ ਵੱਡਿਆਂ ਨੂੰ, ਹੈਲਥ ਏਜੰਸੀਆਂ ਦੇ ਸੱਦ ਕੇ, ਜਿਵੇਂ ਕਿ ਐਂਥਨੀ ਫਾਊਚੀ ਹੋ ਗਏ, ਹੋਰ CDC, ਹੋਰ ਵੱਖਰੇ ਵੱਖਰੇ ਮੁਲਕਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਸੱਦ ਕੇ ਕਿ ਕਿਵੇਂ ਜੇ ਕੋਰੋਨਾ ਵਾਇਰਸ ਆਇਆ ਤੇ ਆਪਾਂ ਕਿੱਦਾਂ ਸਾਰੇ ਪਾਸੇ ਕੰਟਰੋਲ ਕਰਨਾ। ਅੱਛਾ ਜੀ। ਤੇ ਇਹ 2 ਮਹੀਨੇ ਪਹਿਲਾਂ ਦੀਆਂ ਗੱਲਾਂ ਨੇ ਮਹਾਮਾਰੀ ਹੋਣ। ਕੋਈ ਮੀਡੀਆ ਵਾਲੇ ਜਿਹੜੇ ਉਹਨਾਂ ਨੇ ਸੱਦੇ, ਉਹ ਕਹਿੰਦੇ ਵੀ ਅਸੀਂ H1N1 ਆਇਆ ਸੀ, ਅਸੀਂ ਬਹੁਤ ਡਰਾਤਾ ਸੀਗਾ, ਇੱਦਾਂ ਆਪਾਂ ਜੇ ਕਰਾਂਗੇ ਪਹਿਲੇ ਦਿਨ ਹੀ ਆਪਾਂ ਡਰਾਵਾਂਗੇ ਡਰਨਗੇ, ਇੱਦਾਂ ਦੀਆਂ ਗੱਲਾਂ ਸਾਰਾ ਐਕਸਪੋਜ਼ ਹੁੰਦਾ। ਪ੍ਰੀ ਪਲਾਨਡ ਸੀਗਾ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਛਾਪਿਆ ਸੀਗਾ ਕਿ ਐਗਜ਼ੈਕਟਲੀ ਨਿਊਜ਼ ਕਟਿੰਗ ਵੀ ਪਾਈਆਂ ਹੋਈਆਂ ਸੀ, ਇੱਦਾਂ ਆਪਾਂ ਨਿਊਜ਼ ਕਟਿੰਗ ਦੇਵਾਂਗੇ। ਮਤਲਬ ਇਹਨਾਂ ਨੇ ਕਾਫੀ ਚਿਰ ਤੋਂ ਪਲਾਨ ਕੀਤਾ ਹੋਇਆ ਇਹ ਸਾਰਾ ਕੁਝ। ਅੱਛਾ ਕਵਲਜੀਤ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਹੁਣ ਇੰਨੀ ਐਡਵਾਂਸਮੈਂਟ ਹੋ ਗਈ ਟੈਕਨੋਲੋਜੀ ਦੀ, ਅਸੀਂ ਕਹਿ ਰਹੇ ਹਾਂ ਕਿ ਹੁਣ ਜਿਹੜਾ ਅਸੀਂ ਸਮੇਂ ਚੋਂ ਗੁਜ਼ਰ ਰਹੇ ਹਾਂ, ਵੈਸੇ ਇਹਦੇ ਵਿੱਚ ਮਨੁੱਖਤਾ ਦੀ ਬਹੁਤ ਜ਼ਿਆਦਾ ਕਦਰ ਹੈ, ਮਨੁੱਖ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਆ ਕਿ ਕੋਈ ਅਜਾਈ ਇੱਕ ਵੀ ਵਿਅਕਤੀ ਡੈਥ ਹੁੰਦੀ ਹੈ ਤੇ ਉਹਦੇ ਵਾਸਤੇ ਦੁਨੀਆ ਭਰ 'ਚ ਅਫਸੋਸ ਹੁੰਦਾ। ਕਿਤੇ ਐਕਸੀਡੈਂਟ ਹੋ ਕੇ 2 ਬੰਦੇ ਮਰ ਜਾਣ ਤੇ ਮੁਲਕਾਂ ਦੇ ਰਾਸ਼ਟਰਪਤੀ, ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਆ ਕੇ ਅਫਸੋਸ ਪ੍ਰਗਟ ਕਰਦੇ ਆ। ਤੇ ਜੇਕਰ ਇਹ ਗੱਲ ਸਮਝ ਲਈ ਜਾਵੇ ਕਿ ਕਾਰਪੋਰੇਟ ਦੇ ਦਬਾਅ ਥੱਲੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦੀ ਇਨਕਮ ਵਧਾਉਣ ਵਾਸਤੇ ਜਾਂ ਫਿਰ ਕੁਝ ਹੋਰ ਕਾਰਨਾਂ ਕਰਕੇ ਆਪਣੇ ਲੋਕਾਂ ਨੂੰ ਇੰਨੀ ਵੱਡੀ ਪੱਧਰ ਤੇ ਮਤਲਬ ਸਮਝ ਲਓ ਮਾਰ ਦੇਣਾ ਹੀ ਹੋਇਆ ਨਾ, ਉਹਨਾਂ ਦੇ ਕਤਲ ਕਰ ਦੇਣਾ ਹੋਇਆ, ਤੇ ਇਹ ਫਿਰ ਮਨੁੱਖਤਾ ਦੇ ਇਸ ਦੌਰ ਦੇ ਵਿੱਚ ਕਿੱਥੋਂ ਤੱਕ ਵਾਜਬ ਹੈ? ਤੁਸੀਂ ਇਹਨੂੰ ਕੀ ਸਮਝਦੇ ਹੋ? ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਆ ਤੁਹਾਡਾ। ਹਾਂਜੀ, ਆਪਾਂ ਨੂੰ ਸਮਝਣਾ ਪੈਣਾ ਇਹ ਕਰ ਕਿਉਂ ਰਹੇ ਨੇ। ਹਾਂਜੀ, ਕਿਉਂਕਿ ਸਰਕਾਰਾਂ ਨੂੰ ਵੀ ਕਾਫੀ ਪੈਸੇ ਦਾ ਨੁਕਸਾਨ ਹੋ ਰਿਹਾ, ਜਿਵੇਂ ਉਹ ਕਹਿ ਰਹੇ ਨੇ, ਪਰ ਅਮੀਰਾਂ ਨੂੰ ਮਤਲਬ ਹੋਰ ਉਹਨਾਂ ਨੂੰ ਕੰਟਰੋਲ ਮਿਲ ਰਿਹਾ। ਕਿਵੇਂ ਕਿ ਇਸ ਪੈਂਡੇਮਿਕ ਵਿੱਚ ਜਿਹੜੇ ਅਮੀਰ ਕਲਾਸ ਆ, ਤੁਸੀਂ ਲਾ ਲਓ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਆ, ਉਹਨਾਂ ਨੂੰ ਨਫਾ ਹੀ ਹੋਇਆ। ਗੌਰਮੈਂਟਾਂ ਜ਼ਰੂਰ ਕਰਜ਼ਾਈ ਹੋ ਗਈਆਂ, ਵਰਲਡ ਬੈਂਕ ਨੂੰ, IMF ਨੂੰ, ਕਿਉਂਕਿ ਸਰਕਾਰਾਂ ਉਹਨਾਂ ਤੋਂ ਫਿਰ ਗਾਂਹ ਲੋਨ ਲੈਂਦੀਆਂ, ਉਹਨਾਂ ਨੂੰ ਫਾਇਦਾ ਹੋਇਆ। ਕੁਛ ਲੋਕਾਂ ਨੂੰ ਫਾਇਦਾ ਹੋਇਆ, ਆਮ ਜਨਤਾ ਨੂੰ ਲਾਕਡਾਊਨਸ ਨਾਲ ਹੋਰ ਸਾਰੇ ਕੁਛ ਨਾਲ
ਨੁਕਸਾਨ ਹੀ ਹੋਇਆ। ਇਹ ਕਾਫੀ ਚਿਰ ਤੋਂ ਗੱਲ ਹੁੰਦੀ ਹੈ, ਫੈਲਾ ਰਹੇ ਨੇ ਕਿ ਦੁਨੀਆ ਦੀ ਆਬਾਦੀ ਬਹੁਤ ਵੱਧ ਰਹੀ ਹੈ। ਜੋ ਇਹ ਡਰ ਏਦਾਂ ਪਾਇਆ ਹੋਇਆ ਕਿ ਸਾਰਿਆਂ ਨੂੰ ਕਹਿੰਦੇ ਨੇ ਆਬਾਦੀ ਘਟਾਓ। ਅਕਸਰ ਚ ਆਬਾਦੀ ਦਾ ਕੋਈ ਨੁਕਸਾਨ ਨਹੀਂਗਾ, ਸਿਰਫ ਇੰਨਾ ਜਿਹੜੇ ਕਾਰਪੋਰੇਸ਼ਨਸ ਨੇ ਉਹ ਜੀ ਸਤਿ ਸ਼੍ਰੀ ਅਕਾਲ ਜੀ ਰੱਖ ਰਹੇ ਨੇ ਤੇ ਜਨਤਾ ਨੂੰ ਘਟਾਉਣ ਦੀ ਕੋਸ਼ਿਸ਼ ਪਿੱਛੇ ਲੱਗੇ ਹੋਏ ਨੇ ਕਿ ਸਾਡੇ ਕੋਲ ਹੀ ਰਹਿਣ ਰਿਸੋਰਸਿਸ। 50% ਵਾਲੀ ਮੈਂ ਸੁਣੀ ਹੈਗੀ ਆ ਕਿ ਜਿਹੜੇ ਆਏ ਸੀ ਇਹੀ ਸੀ ਕਿ ਕਿਸਾਨਾਂ ਤੋਂ ਖੋਈ ਜਾਣ ਪ੍ਰਾਪਰਟੀ। ਅੱਛਾ ਤੇ ਆਪਣੇ ਮੁੱਠੀ 'ਚ ਕਰ ਲਈਏ, ਇਹਨਾਂ ਨੂੰ ਬਸ ਸਿਰਫ ਸਲੇਵ ਬਣ ਨੂੰ ਰੱਖੀਏ। ਇਹ ਵੱਖਰੇ ਵੱਖਰੇ ਤਰੀਕੇ ਵਰਤ ਰਹੇ ਨੇ ਆਬਾਦੀ ਘਟਾਉਣ ਨੂੰ ਵੀ, ਆਬਾਦੀ ਤੇ ਕੰਟਰੋਲ ਕਰਨ ਨੂੰ ਵੀ। ਜਦੋਂ ਆਬਾਦੀ ਘੱਟ ਹੋਊਗੀ ਕੰਟਰੋਲ ਕਰਨਾ ਸੌਖਾ ਹੋਊਗਾ। ਇਹ ਟੈਕਨੋਲੋਜੀ ਨਾਲ ਕਰ ਰਹੇ ਨੇ, ਆਪਣੇ ਖਾਣੇ ਨਾਲ ਖਿਲਵਾੜ ਕਰ ਰਹੇ ਨੇ ਜੀ, ਆਪਣੇ এনवायरमेंट ਨਾਲ ਖਿਲਵਾੜ ਹੋ ਰਹੀ ਆ। ਬਹੁਤ ਤਰੀਕਿਆਂ ਨਾਲ ਨੁਕਸਾਨ ਪਹੁੰਚਾਇਆ ਜਾਂਦਾ ਇਨਸਾਨੀਅਤ ਜੀ। ਅੱਛਾ ਕਵਲਜੀਤ ਜੀ, ਮੈਂ ਤੁਹਾਨੂੰ ਕਿਸੇ ਦਿਨ ਸਪੈਸ਼ਲੀ ਆਪਣੇ ਵੀਮੈਕਸ ਥਰੂ ਤੁਹਾਡੇ ਨਾਲ ਗੱਲ ਕਰਾਂਗਾ ਕਿਸੇ ਦਿਨ ਫੇਰ। ਅੱਜ ਥੋੜੀ ਜਿਹੀ ਸਾਨੂੰ ਟੈਕਨੀਕਲ ਪ੍ਰੋਬਲਮ ਅਸੀਂ ਹੈਂਡਲ ਕਰ ਰਹੇ ਸੀ, ਜਿਹਦਾ ਕਰਕੇ ਅਸੀਂ ਖੁੱਲ ਕੇ ਗੱਲ ਨਹੀਂ ਕਰ ਸਕੇ। ਹੁਣ ਫਿਰ ਬਹੁਤ ਵਧੀਆ ਇਨਪੁਟ ਦਿੱਤੀ ਹੈ, ਤੁਹਾਡਾ ਬਹੁਤ ਜਾਂ ਸ਼ੁਕਰੀਆ। ਫਸਟ ਕਮ ਫਸਟ ਵਾਲਾ ਕਰ ਲਈਏ ਤੇ ਬਹੁਤ ਬਹੁਤ ਧੰਨਵਾਦ। ਕਿਸੇ ਦਿਨ ਆਪਾਂ ਖੁੱਲ ਕੇ ਇਹਦੇ ਵਿਸ਼ੇ ਦੇ ਉੱਤੇ ਖੁੱਲ ਕੇ ਆਪਾਂ ਸਿੱਧੀ ਗੱਲਬਾਤ ਵੀ ਕਰਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ। ਪ੍ਰੇਮ ਜੀ, ਆਪਣਾ ਕੋ ਸਮਾਂ ਹੋ ਗਿਆ ਦੂਜੇ ਸ਼ੋਅ ਦਾ, ਤੇ ਆਪਾਂ ਕਿਸੇ ਦਿਨ ਫੇਰ ਖੁੱਲ ਕੇ ਗੱਲਾਂ ਕਰਨੀਆਂ ਨੇ। ਬਹੁਤ ਵਧੀਆ ਤੁਸੀਂ ਪੁਆਇੰਟ ਉਠਾ ਰਹੇ ਹੋ। ਤੇ ਜਾਂਦੇ ਜਾਂਦੇ ਤੁਸੀਂ ਆਪਣੇ ਟੀਵੀ ਦੇ ਦਰਸ਼ਕਾਂ ਲਈ ਕੋਈ ਮੈਸੇਜ ਛੱਡਣਾ ਚਾਹੋ ਵੀ ਸਾਨੂੰ ਇਹਨਾਂ ਹਾਲਾਤਾਂ 'ਚ ਕਿਸ ਤਰ੍ਹਾਂ ਦੀ ਚੇਤਨਾ ਪੈਦਾ ਕਰਨੀ ਚਾਹੀਦੀ ਆ, ਤੇ ਕੀ ਅਸੀਂ ਵੇਖੋ ਗੱਲ ਇਦਾਂ ਆ ਵੀ ਇਹ ਬੁੱਕ ਲਾਂਚ ਕਰਨ ਦਾ ਅਪਰੋਪਰੀਏਟ ਆਪਣਾ ਟਾਈਮ ਸੀਗਾ। ਬਿਲਕੁਲ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਅਪਰੋਪਰੀਏਟ ਸੀਗਾ। ਹੁਣ ਰੱਬ ਵਰਗੇ ਜਿਹੜਾ ਕੰਡਕਟ ਕਰਨਾ ਹੈ ਨਾ, ਇਹ ਮੈਨੂੰ ਵੀ ਬੜਾ ਮੁਸ਼ਕਲ ਲੱਗ ਰਿਹਾ ਹੈਗਾ। ਇਹ ਬਹੁਤ ਵੱਡੀ ਪ੍ਰੋਬਲਮ ਆ, ਔਰ ਸਾਨੂੰ ਜੇ ਵਾਕਈ ਸਰਕਾਰਾਂ ਦੇ ਖਿਲਾਫ ਕੁਝ ਕਦਮ ਉਠਾਉਣੇ ਪੈਣੇ ਆ। ਨਾਟ ਓਨਲੀ ਸਰਕਾਰਾਂ ਦੇ, ਕਾਰਪੋਰੇਸ਼ਨ ਦੇ ਅਗੇਂਸਟ ਸਾਨੂੰ, ਕਿਉਂਕਿ ਇੱਥੇ ਜਿੰਨਾ ਵੀ ਹੁਣ ਕੁਝ ਹੋ ਰਿਹਾ ਨਾ, ਇਹ ਸਾਰਾ ਕਾਰਪੋਰੇਸ਼ਨ ਕਰ ਰਹੀ ਹੈ। ਕਾਰਪੋਰੇਸ਼ਨ ਤੋਂ ਥੱਲੇ ਸਰਕਾਰਾਂ ਆ। ਔਰ ਜਿਹੜੇ ਸਿਟੀ ਦੇ ਵਿੱਚ ਕਿਤੇ ਟਾਵਰ ਲੱਗੇ ਆ ਨਾ, ਤਾਂ ਸਿਟੀ ਵਾਲਿਆਂ ਨੂੰ ਸਾਨੂੰ ਦੱਸਣਾ ਪੈਣਾ ਕਿ ਸਾਨੂੰ ਨੋਟਿਸ ਵਗੈਰਾ ਦੇਣੇ ਪੈਣੇ ਕਿ ਭਾਈ ਇਹ ਸਾਡੇ ਇਲਾਕੇ ਕੋਈ ਲੀਗਲ ਰਾਹ ਅਪਣਾਉਣਾ ਚਾਹੀਦਾ। ਜਾਂ ਜਿੱਦਾਂ ਇਲੈਕਸ਼ਨ ਦੇ ਦੌਰਾਨ ਇੱਥੇ ਬਹੁਤ ਸਾਰੇ ਮੁਜ਼ਾਹਰੇ ਹੋਏ, ਟਰੂਡੋ ਜਿੱਥੇ ਗਏ ਉੱਥੇ ਧੱਕਾ ਮੁੱਕੀ ਹੋਈ, ਕੀ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਆ? ਨਹੀਂ, ਮੇਰੇ ਹਿਸਾਬ ਦੇ ਨਾਲ ਲੀਗਲੀ ਜਾਣਾ ਚਾਹੀਦਾ ਜੀ। ਕਹਿੰਦੇ ਹੁੰਦੇ ਕਿ ਪਹਿਲਾਂ ਮਤਲਬ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਨਾ। ਅਸੀਂ ਸਿਰਫ ਇੱਕ ਜ਼ਰੀਆ ਬਣ ਰਹੇ ਹਾਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਕਿ ਜੇ ਐਜੂਕੇਸ਼ਨ ਲੋਕਾਂ ਦੇ ਵਿੱਚ ਆ ਜਾਵੇ ਕਿ ਜਿਹੜਾ 5G ਆ ਉਹਦੇ ਕੀ ਨੁਕਸਾਨ ਹੈਗੇ ਆ, ਪਹਿਲਾਂ ਤਾਂ ਇਹ ਸਮਝਣਾ ਪੈਣਾ। ਕਿ ਜਦੋਂ ਇਹ ਸਮਝ ਲਿਆ ਲੋਕਾਂ ਨੂੰ ਕਿ ਇਹਦੇ ਵਾਕਈ ਨੁਕਸਾਨ ਬਹੁਤ ਜ਼ਿਆਦਾ ਹੈਗੇ ਆ, ਕਿਉਂਕਿ ਤੁਸੀਂ ਅੱਜ ਦੀ ਖਬਰ ਹੈ ਕਿ ਜਹਾਜ਼ਾਂ ਨੂੰ ਉਡਾਉਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ 5G ਕਾਰਨ ਜੀ। ਇਹ ਵੀ ਇੱਕ ਬੜਾ ਵੱਡਾ ਇੱਕ ਸਵਾਲ ਆ। ਤੇ ਮੈਨੂੰ ਪਤਾ ਤੁਹਾਡੇ ਕੋਲ ਅੱਜ ਟਾਈਮ, ਥੈਂਕ ਯੂ ਤੁਹਾਡਾ, ਤੁਸੀਂ ਤਾਂ ਸਾਨੂੰ ਟਾਈਮ ਦਿੱਤਾ। ਨਹੀਂ, ਆਪਾਂ ਇੱਕ ਦਿਨ ਫੇਰ ਇੱਥੇ ਰੱਖ ਕੇ ਚੰਗੀ ਤਰ੍ਹਾਂ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਨੂੰ ਸਮਾਂ ਥੋੜਾ ਘੱਟ ਮਿਲਿਆ। ਮੈਂ ਜਾਣਨਾ ਚਾਹੁੰਦਾ ਸੀ ਟੈਕਨੀਕਲੀ, ਵੈਸੇ ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਆਪਾਂ ਜਾਣਾਂਗੇ, ਸਿੱਖਾਂਗੇ। ਅਗਲੇ ਦਿਨਾਂ 'ਚ ਗੱਲਬਾਤ ਫੇਰ ਕਰਾਂਗੇ। ਤੁਸੀਂ ਦੋਨੇ ਜਣੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤੁਸੀਂ ਚੇਤਨਾ ਲੋਕਾਂ 'ਚ ਜਿਹੜੀ ਆ ਉਹਨੂੰ ਲੈ ਕੇ ਜਾ ਰਹੇ ਹੋ। ਬਹੁਤ ਬਹੁਤ ਧੰਨਵਾਦ। ਤੇ ਆਪਾਂ ਅੱਗੇ ਵੀ ਆਪਣੀ ਕੰਟੀਨਿਊ ਰੱਖਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਥੈਂਕ ਯੂ ਜੀ।